ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਸਕਸੈਸ ਸਟੱਡੀ ਜ਼ੋਨ ਆਨਲਾਈਨ ਪਲੇਟਫਾਰਮ ਤੇ। ਅੱਜ ਆਪਾਂ ਵੀ ਪੰਜਾਬ ਹਿਸਟਰੀ ਨਾਲ ਰਿਲੇਟਡ ਲੈਕਚਰ ਨੰਬਰ 18 ਕਰਨ ਜਾ ਰਹੇ ਹਾਂ, ਰਣਜੀਤ ਸਿੰਘ ਜੀ ਅਤੇ ਉਹਨਾਂ ਦੇ ਜੀਵਨ ਤੇ ਜਿੱਤਾਂ ਬਾਰੇ। ਇਸ ਤੋਂ ਪਹਿਲਾਂ ਵੀ ਆਪਣੇ ਥਿਊਰੀ ਦੇ 17 ਲੈਕਚਰ ਕੰਪਲੀਟ ਹੋ ਚੁੱਕੇ ਹੈ। ਉਹਨਾਂ 17 ਲੈਕਚਰਾਂ ਦੀ ਵੀ YouTube ਚੈਨਲ ਤੇ ਆਪਣੇ ਤੇ ਸਕਸੈਸ ਸਟੱਡੀ ਜ਼ੋਨ ਚੈਨਲ ਤੇ ਪਲੇਲਿਸਟ ਬਣੀ ਹੋਈ ਹੈ, ਵੀ ਤੁਸੀਂ ਉਹਨਾਂ ਨੂੰ ਦੇਖ ਸਕਦੇ ਹੋ। ਵੀ ਅੱਜ ਆਪਾਂ 18ਵਾਂ ਲੈਕਚਰ ਕਰਨ ਜਾ ਰਹੇ ਹਾਂ ਵੀ ਰਣਜੀਤ ਸਿੰਘ ਜੀ ਦਾ ਜੀਵਨ ਅਤੇ ਉਹਨਾਂ ਦੀਆਂ ਜਿੱਤਾਂ ਬਾਰੇ। ਸਭ ਤੋਂ ਪਹਿਲਾਂ ਵੀ ਜਾਣਦੇ ਹਾਂ 13 ਨਵੰਬਰ 1780 ਵਿੱਚ ਇਹਨਾਂ ਦਾ ਜਨਮ ਹੋਇਆ। ਵੀ ਇਹ ਸੁੱਕਰ ਚੱਕੀਆਂ ਮਿਸਲ ਦੇ ਨੇਤਾ ਮਹਾਂ ਸਿੰਘ ਦੇ ਘਰ ਹੋਇਆ। ਵੀ ਇਹਨਾਂ ਦਾ ਜਨਮ ਮਹਾਂ ਸਿੰਘ ਸੀ ਜੋ ਸੁੱਕਰ ਚੱਕੀਆਂ ਮਿਸਲ ਦੇ ਸੰਸਥਾਪਕ ਚੜਤ ਸਿੰਘ ਦੇ ਪੁੱਤਰ ਸੀ। ਵੀ ਅੱਗੇ ਵੀ ਰਣਜੀਤ ਸਿੰਘ ਜੀ ਦੀ ਮਾਤਾ ਬਾਰੇ ਜਾਣਦੇ ਹਾਂ। ਇਹਨਾਂ ਦੀ ਮਾਤਾ ਦਾ ਨਾਮ ਰਾਜ ਕੌਰ ਸੀ, ਜੋ ਜੀਂਦ ਦੀ ਗਜਪਤ ਰਾਏ ਜਾਂ ਗਜਪਤ ਸਿੰਘ ਦੀ ਪੁੱਤਰੀ ਸੀ। ਵੀ ਰਣਜੀਤ ਸਿੰਘ ਦਾ ਜਨਮ ਸਥਾਨ ਗੁਜਰਾਂਵਾਲਾ ਵਿਖੇ ਹੋਇਆ। ਵੀ ਰਣਜੀਤ ਸਿੰਘ ਜੀ ਦਾ ਬਚਪਨ ਦਾ ਨਾਂ ਕੀ ਸੀ? ਬੁੱਧ ਸਿੰਘ ਸੀ। ਵੈਰੀ ਇੰਪੋਰਟੈਂਟ ਆ। ਬਈ ਫੂਲ ਨਗਰ ਦੀ ਜਿੱਤ ਤੋਂ ਖੁਸ਼ ਹੋ ਕੇ ਮਹਾਂ ਸਿੰਘ ਨੇ ਉਸ ਦਾ ਨਾਂ ਕੀ ਰੱਖ ਦਿੱਤਾ? ਵੀ ਰਣਜੀਤ ਸਿੰਘ ਰੱਖ ਦਿੱਤਾ। ਪਹਿਲਾਂ ਇਹਨਾਂ ਦਾ ਨਾਮ ਕੀ ਸੀ? ਬੁੱਧ ਸਿੰਘ ਸੀ। ਇਹਨਾਂ ਦੇ ਮਾਤਾ ਜੀ ਮਾਲਵਾ ਖੇਤਰ ਦੇ ਹੋਣ ਕਾਰਨ ਉਹਨਾਂ ਨੂੰ ਕੀ ਕਿਹਾ ਜਾਂਦਾ ਸੀ? ਵੀ ਮਾਈ ਮਲਵੈਣ ਕਿਹਾ ਜਾਂਦਾ ਸੀ। ਇਹਨਾਂ ਦੀ ਮਾਤਾ ਦਾ ਨਾਮ ਕੀ ਸੀ? ਬਈ ਰਾਜ ਕੌਰ। ਅੱਗੇ ਵੀ ਇਹਨਾਂ ਦੇ ਬਚਪਨ ਤੇ ਸਿੱਖਿਆ ਬਾਰੇ ਜਾਣਦੇ ਆ। ਰਣਜੀਤ ਸਿੰਘ ਜੀ ਆਪਣੇ ਮਾਪਿਆਂ ਦੀ ਕੀ ਸੀ? ਬਈ ਇੱਕੋ ਇੱਕ ਸੰਤਾਨ ਸੀ। ਬਚਪਨ ਵਿੱਚ ਬਾਲਕ ਰਣਜੀਤ ਸਿੰਘ ਨੂੰ ਚੇਚਕ ਦੀ ਬਿਮਾਰੀ ਹੋ ਗਈ ਸੀ, ਜਿਸ ਕਾਰਨ ਇਹਨਾਂ ਦੇ ਚਿਹਰੇ ਉੱਤੇ ਚੇਚਕ ਦੇ ਡੂੰਘੇ ਦਾਗ ਪੈ ਗਏ। ਇਹਨਾਂ ਦੀ ਖੱਬੀ ਅੱਖ ਵੀ ਕੀ ਹੋ ਗਈ? ਵੀ ਖਰਾਬ ਹੋ ਗਈ ਸੀ। 5 ਸਾਲ ਦੀ ਉਮਰ ਵਿੱਚ ਗੁਜਰਾਂਵਾਲਾ ਵਿਖੇ ਭਾਈ ਭਾਗ ਸਿੰਘ ਦੀ ਧਰਮਸ਼ਾਲਾ ਵਿੱਚ ਸਿੱਖਿਆ ਪ੍ਰਾਪਤ ਕਰਨ ਲਈ ਇਹਨਾਂ ਨੂੰ ਭੇਜਿਆ ਗਿਆ। ਇਹਨਾਂ ਦਾ ਪੜ੍ਹਾਈ ਵਿੱਚ ਕੋਈ ਦਿਲਚਸਪੀ ਨਹੀਂ ਸੀ, ਇਸ ਲਈ ਇਹ ਸਾਰੀ ਉਮਰ ਕੀ ਰਹੇ? ਬਈ ਅਨਪੜ੍ਹ ਰਹੇ। ਰਣਜੀਤ ਸਿੰਘ ਜੀ ਦੇ ਬਚਪਨ ਵਿੱਚ ਹੀ ਉਹ ਉੱਚ ਕੋਟੀ ਦੇ ਕੀ ਸੀ? ਵੀ ਘੋੜਸਵਾਰ ਸੀ, ਨਿਪੁੰਨ ਨਿਸ਼ਾਨੇਬਾਜ਼ ਸੀ ਤੇ ਤਲਵਾਰ ਦੇ ਧਨੀ ਸੀ। ਠੀਕ ਹੈ। ਨੈਕਸਟ ਵੀ ਇਹਨਾਂ ਦੇ ਵਿਆਹ ਬਾਰੇ ਜਾਣਦੇ ਹਾਂ। ਬਈ ਰਣਜੀਤ ਸਿੰਘ ਜੀ ਦੀ ਮੰਗਣੀ ਘਨੱਈਆ ਮਿਸਲ ਦੇ ਸਰਦਾਰ ਜੈ ਸਿੰਘ ਦੀ ਪੋਤਰੀ ਮਹਿਤਾਬ ਕੌਰ ਨਾਲ ਹੋਈ। ਵੀ 1785 ਵਿੱਚ। ਫਿਰ ਇਹਨਾਂ ਦਾ ਵਿਆਹ 1796 ਈਸਵੀ ਦੇ ਵਿੱਚ ਹੋਇਆ। ਵੀ ਇਹਨਾਂ ਦੀ ਉਮਰ ਉਦੋਂ ਕਿੰਨੀ ਸੀ? 16 ਵਰ੍ਹਿਆਂ ਦੀ ਸੀ। ਜੈ ਸਿੰਘ ਦੇ ਪੁੱਤਰ ਗੁਰਬਖਸ਼ ਸਿੰਘ ਦੀ ਮੌਤ ਬਾਅਦ ਉਸ ਦੀ ਵਿਧਵਾ ਜਿਹੜੀ ਸਦਾ ਕੌਰ ਦੇ ਅਧੀਨ ਘਨੱਈਆ ਮਿਸਲ ਦੀ ਵਾਂਗਡੋਰ ਆ ਗਈ। ਵੀ ਨੈਕਸਟ ਵੀ ਰਣਜੀਤ ਸਿੰਘ ਜੀ ਦੀ ਸੱਸ ਸਦਾ ਕੌਰ ਨੇ ਰਣਜੀਤ ਸਿੰਘ ਦੀ ਰਾਜਨੀਤਿਕ ਜੀਵਨ ਵਿੱਚ ਬੜਾ ਵੱਡਾ ਕੀ ਦਿੱਤਾ? ਵੀ ਯੋਗਦਾਨ ਦਿੱਤਾ। 1798 ਵਿੱਚ ਰਣਜੀਤ ਸਿੰਘ ਨੇ ਨਕਈ ਮਿਸਲ ਦੇ ਸਰਦਾਰ ਰਾਮ ਸਿੰਘ ਦੀ ਪੁੱਤਰੀ ਰਾਜ ਕੌਰ ਨਾਲ ਵਿਆਹ ਕੀਤਾ, ਜੋ ਕਿ ਇਹਨਾਂ ਦਾ ਦੂਜਾ ਵਿਆਹ ਸੀ। ਨੈਕਸਟ ਵੀ ਅਕੋਰਡਿੰਗ ਟੂ ਗ੍ਰਿਫਨ ਦੇ ਅਕੋਰਡਿੰਗ ਵੀ ਰਣਜੀਤ ਸਿੰਘ ਜੀ ਦੇ 18 ਵਿਆਹ ਹੋਏ। ਅੱਗੇ ਵੀ ਤਿੱਕੜੀ ਦੀ ਸਰਪ੍ਰਸਤੀ 1792 ਈਸਵੀ ਵਿੱਚ ਰਣਜੀਤ ਸਿੰਘ ਦੇ ਪਿਤਾ ਮਹਾਂ ਸਿੰਘ ਦੀ ਕੀ ਹੋ ਗਈ? ਵੀ ਮੌਤ ਹੋ ਗਈ, ਜਦੋਂ ਕਿ ਇਹ ਨਾਬਾਲਗ ਸੀਗੇ। ਉਸ ਤੋਂ ਬਾਅਦ ਤਿੱਕੜੀ ਦੀ ਸਰਪ੍ਰਸਤੀ ਦਾ ਸਮਾਂ ਕਿੰਨਾ ਸੀ? ਵੀ 1792 ਤੋਂ ਲੈ ਕੇ 97 ਤੱਕ। ਇਸ ਸਮੇਂ ਰਣਜੀਤ ਸਿੰਘ ਦੀ ਉਮਰ ਕਿੰਨੀ ਸੀ? ਵੀ 12 ਸਾਲ ਸੀ। ਰਣਜੀਤ ਸਿੰਘ ਜੀ ਦੀ 1792 ਵਿੱਚ ਨਾਬਾਲਗ ਹੋਣ ਕਾਰਨ ਉਸਦੇ ਮਾਤਾ ਜੀ ਰਾਜ ਕੌਰ ਉਸਦੇ ਸਰਪ੍ਰਸਤ ਦੇ ਰੂਪ ਵਿੱਚ ਸ਼ਾਸਨ ਚਲਾਉਣ ਲੱਗੀ। ਬਈ ਪਰ ਰਾਜ ਕੌਰ ਨੇ ਸ਼ਾਸਨ ਪ੍ਰਬੰਧ ਦੀ ਜਿਹੜੀ ਅਸਲੀ ਵਾਂਗਡੋਰ ਸੀ ਆਪਣੇ ਇੱਕ ਚਹੇਤੇ ਦੀਵਾਨ ਲਖਪਤ ਰਾਏ ਦੇ ਹੱਥਾਂ ਵਿੱਚ ਸੌਂਪ ਦਿੱਤੀ। ਅੱਗੇ ਜਾ ਕੇ ਵੀ 1796 ਵਿੱਚ ਜਦੋਂ ਰਣਜੀਤ ਸਿੰਘ ਜੀ ਦਾ ਵਿਆਹ ਮਹਿਤਾਬ ਕੌਰ ਨਾਲ ਹੋਇਆ ਤਾਂ ਉਸਦੀ ਸੱਸ ਸਦਾ ਕੌਰ ਵੀ ਸੁੱਕਰ ਚੱਕੀਆਂ ਮਿਸਲ ਦੇ ਸ਼ਾਸਨ ਪ੍ਰਬੰਧ ਵਿੱਚ ਦਿਲਚਸਪੀ ਲੈਣ ਲੱਗੀ। ਠੀਕ ਹੈ। ਵੀ ਅੱਗੇ ਨੈਕਸਟ ਫਿਰ ਅੱਗੇ 1797 ਤੱਕ ਨਾਬਾਲਗ ਰਣਜੀਤ ਸਿੰਘ ਦੇ ਰਾਜ ਦਾ ਸ਼ਾਸਨ 3 ਵਿਅਕਤੀਆਂ ਦੇ ਹੱਥਾਂ ਵਿੱਚ ਰਿਹਾ। ਰਾਜ ਕੌਰ, ਦੀਵਾਨ ਲਖਪਤ ਰਾਏ ਤੇ ਸੱਸ ਸਦਾ ਕੌਰ ਦੇ ਹੱਥ ਵਿੱਚ ਰਿਹਾ। ਵੀ ਇਸ ਲਈ ਇਸ ਕਾਲ ਨੂੰ ਤਿੱਕੜੀ ਦੀ ਸਰਪ੍ਰਸਤੀ ਦਾ ਕਾਲ ਕਿਹਾ ਜਾਂਦਾ। ਵੀ ਇਹ ਇੰਪੋਰਟੈਂਟ ਹੈ। ਵੀ ਅੱਗੇ ਵੀ ਤਿੱਕੜੀ ਦੀ ਸਰਪ੍ਰਸਤੀ ਦਾ ਜਿਹੜਾ ਕਾਲ ਹੈ ਵੈਰੀ ਇੰਪੋਰਟੈਂਟ ਟਾਈਮ ਆ। ਵੀ ਇਹ 1792 ਤੋਂ 97 ਤੱਕ ਮਾਤਾ ਰਾਜ ਕੌਰ ਦੇ ਹੱਥ ਵਿੱਚ ਰਿਹਾ, ਦੀਵਾਨ ਲਖਪਤ ਰਾਏ ਅਤੇ ਸੱਸ ਸਦਾ ਕੌਰ ਦੇ ਹੱਥ ਵਿੱਚ। ਤਿੰਨਾਂ ਦੇ ਹੱਥ ਵਿੱਚ ਸ਼ਾਸਨ ਕਾਲ ਰਿਹਾ, ਕਿਉਂਕਿ ਵੀ ਮਹਾਰਾਜਾ ਰਣਜੀਤ ਸਿੰਘ ਸੀ ਜਿਹੜੇ ਉਦੋਂ ਨਾਬਾਲਗ ਸੀ। ਇਸ ਕਰਕੇ 1792 ਤੋਂ 97 ਤੱਕ ਦਾ ਜਿਹੜਾ ਸ਼ਾਸਨ ਕਾਲ ਹੈ ਵੀ ਉਹ ਇਹਨਾਂ ਤਿੰਨਾਂ ਦੇ ਹੱਥ ਵਿੱਚ ਰਿਹਾ, ਮਾਤਾ ਰਾਜ ਕੌਰ, ਦੀਵਾਨ ਲਖਪਤ ਰਾਏ ਤੇ ਸੱਸ ਸਦਾ ਕੌਰ।
इस करके इन्हां नूं तिकड़ी दी सरप्रस्ती दा काल कहा जांदा वी। उस तो बाद 1797 ਵਿੱਚ ਜਦੋਂ ਰਣਜੀਤ ਸਿੰਘ जी ਦੀ ਏਜ 17 ਵਰਿਆਂ ਦੀ ਹੋਈ ਵੀ ਤਾਂ ਉਸਨੇ ਰਾਜ ਸੱਤਾ ਆਪਣੇ ਹੱਥ ਵਿੱਚ ਲੈਣ ਦੀ ਤਿੱਕੜੀ ਦੀ ਸਰਪ੍ਰਸਤੀ ਦਾ ਕੀ ਕਰਤਾ ਵੀ ਅੰਤ ਕਰਨ ਦਾ ਫੈਸਲਾ ਕਰ ਲਿਆ। ਅੱਗੇ ਵੀ ਇਹਨਾਂ ਦੀਆਂ ਜਿੱਤਾਂ ਬਾਰੇ ਜਾਣਦੇ ਹਾਂ। ਮਹਾਰਾਜਾ ਰਣਜੀਤ ਸਿੰਘ ਦੀ ਸਭ ਤੋਂ ਪਹਿਲੀ ਵੈਰੀ ਇੰਪੋਰਟੈਂਟ ਜਿੱਤ ਵੀ ਲਾਹੌਰ ਦੀ ਜਿੱਤ 1799 ਈਸਵੀ ਵਿੱਚ ਸ਼ਾਨਦਾਰ ਸੈਨਿਕ ਜਿੱਤ ਸੀ। ਦੂਸਰੀ ਅੰਮ੍ਰਿਤਸਰ ਦੀ ਜਿੱਤ 1805 ਈਸਵੀ ਵਿੱਚ। ਦੋਨੇ ਜਿੱਤਾਂ ਬਾਅਦ ਰਣਜੀਤ ਸਿੰਘ ਨੇ ਮਹਾਰਾਜਾ ਦੀ ਉਪਾਧੀ ਧਾਰਨ ਕੀਤੀ। ਇਹ ਜਿੱਤਾਂ ਵੀ ਵੈਰੀ ਇੰਪੋਰਟੈਂਟ ਹੈ ਦੋਨੋਂ। ਅੱਗੇ ਵੀ ਕਸੂਰ ਤੇ ਝੰਗ 1807 ਈਸਵੀ ਵਿੱਚ ਜਿੱਤਿਆ। ਸਿਆਲਕੋਟ 1808 ਵਿੱਚ, ਜੰਮੂ 1809 ਵਿੱਚ, ਕਾਂਗੜਾ 1809 ਵਿੱਚ, ਅਟਕ 1813 ਵਿੱਚ, ਮੁਲਤਾਨ ਤੇ ਜਿੱਤ ਪ੍ਰਾਪਤ ਕੀਤੀ 1818 ਵਿੱਚ। ਕਸ਼ਮੀਰ ਤੇ ਜਿੱਤ 1819 ਵਿੱਚ, ਡੇਰਾ ਗਾਜੀ ਖਾਨ ਤੇ 1820 ਵਿੱਚ, ਪਿਸ਼ਾਵਰ ਦੀ ਜਿੱਤ 1834 ਵਿੱਚ। ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦਾ ਵਿਸਥਾਰ ਦੇਖਦੇ ਹਾਂ ਵੀ ਆਪਾਂ। ਉੱਤਰ ਵਿੱਚ ਲਦਾਖ ਤੱਕ ਸੀਗਾ, ਦੱਖਣ ਵਿੱਚ ਸ਼ਿਕਾਰਪੁਰ ਤੱਕ, ਪੂਰਬ ਵਿੱਚ ਸਤਲੁਜ ਤੱਕ ਅਤੇ ਪੱਛਮ ਵਿੱਚ ਪਿਸ਼ਾਵਰ ਤੱਕ। ਠੀਕ ਹੈ, ਵੈਰੀ ਇੰਪੋਰਟੈਂਟ ਆ ਵੀ ਇਹ। ਮਿਸਲਾਂ ਪ੍ਰਤੀ ਰਣਜੀਤ ਸਿੰਘ ਦੀ ਨੀਤੀ ਕੀ ਰਹੀ, ਆਪਾਂ ਉਹਨਾਂ ਬਾਰੇ ਜਾਣਦੇ ਹਾਂ ਵੀ। 1797 ਵਿੱਚ ਜਦੋਂ ਰਣਜੀਤ ਸਿੰਘ ਨੇ ਸੁੱਕਰ ਚੱਕੀਆਂ ਮਿਸਲ ਦੀ ਬਾਂਗਡੋਰ ਸੰਭਾਲੀ, ਉਸ ਸਮੇਂ ਉਹ ਇੱਕ ਛੋਟੇ ਜਿਹੇ ਰਾਜ ਦਾ ਮਾਲਕ ਸੀ ਵੀ। ਠੀਕ ਹੈ, ਰਣਜੀਤ ਸਿੰਘ ਉੱਚੇ ਮਨਸੂਬਿਆਂ ਵਾਲਾ ਸ਼ਾਸਕ ਸੀ, ਇਸ ਲਈ ਉਸਨੇ ਕੁਝ ਰਾਜਪੂਤ ਸ਼ਾਸਕਾਂ ਨਾਲ ਦੋਸਤੀ ਕਰ ਲਈ ਅਤੇ ਹੋਰਨਾਂ ਰਾਜਪੂਤ ਸ਼ਾਸਕਾਂ ਨਾਲ ਸੰਘਰਸ਼ ਕੀਤਾ। ਇਸ ਤਰ੍ਹਾਂ ਕੁਝ ਮਿਸਲ ਸਰਦਾਰਾਂ ਨਾਲ ਮਿੱਤਰਤਾ ਗੰਢ ਲਈ ਅਤੇ ਉਹਨਾਂ ਦੀ ਮਦਦ ਨਾਲ ਕਮਜ਼ੋਰ ਮਿਸਲਾਂ ਨੂੰ ਕੀ ਕਰ ਲਿਆ ਵੀ ਇਹਨਾਂ ਨੇ ਹੜੱਪ ਲਿਆ। ਅੱਗੇ ਵੀ ਸਭ ਤੋਂ ਪਹਿਲਾਂ ਘਨੱਈਆ ਮਿਸਲ ਨਾਲ ਵਿਆਹ ਸੰਬੰਧ ਹੈ, ਉਹਨਾਂ ਬਾਰੇ ਜਾਣਦੇ ਹਾਂ ਆਪਾਂ। 1796 ਵਿੱਚ ਸਵਰਗਵਾਸੀ ਗੁਰਬਖਸ਼ ਸਿੰਘ ਦੀ ਪੁੱਤਰੀ ਮਹਿਤਾਬ ਕੌਰ ਨਾਲ ਵਿਆਹ ਕਰਵਾ ਲਿਆ। ਰਣਜੀਤ ਸਿੰਘ ਦੀ ਸੱਸ ਸਦਾ ਕੌਰ ਨੇ ਰਣਜੀਤ ਸਿੰਘ ਦੀਆਂ ਮੁੱਢਲੀਆਂ ਜਿੱਤਾਂ ਵਿੱਚ ਬਹੁਤ ਮਦਦ ਕੀਤੀ ਹੈ। ਵੈਰੀ ਇੰਪੋਰਟੈਂਟ ਹੈ। ਨਕਈ ਮਿਸਲ ਨਾਲ ਵਿਆਹ ਸੰਬੰਧ 1798 ਈਸਵੀ ਵਿੱਚ ਨਕਈ ਮਿਸਲ ਦੇ ਸਰਦਾਰ ਖਜਾਨ ਸਿੰਘ ਦੀ ਪੁੱਤਰੀ ਰਾਜ ਕੌਰ ਨਾਲ ਦੂਜਾ ਵਿਆਹ ਕੀਤਾ। ਇਸ ਨਾਲ ਰਣਜੀਤ ਸਿੰਘ ਦੀ ਸ਼ਕਤੀ ਵਿੱਚ ਬਹੁਤ ਵਾਧਾ ਹੋਇਆ। ਫਤਿਹ ਸਿੰਘ ਆਹਲੂਵਾਲੀਆ ਨਾਲ ਮਿੱਤਰਤਾ, ਇਹ ਮਿਸਲ ਪ੍ਰਸਿੱਧ ਮਿਸਲਾਂ ਵਿੱਚੋਂ ਇੱਕ ਸੀ। ਫਤਿਹ ਸਿੰਘ ਆਹਲੂਵਾਲੀਆ ਬਹੁਤ ਬਹਾਦਰ ਸੀ, ਇਸ ਲਈ ਰਣਜੀਤ ਸਿੰਘ ਨੇ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਸਹੁੰ ਖਾਧੀ ਸੀ ਕਿ ਉਹ ਸਦਾ ਭਰਾਵਾਂ ਵਾਂਗ ਰਹਿਣਗੇ ਅਤੇ ਆਪਸ ਵਿੱਚ ਇਹਨਾਂ ਨੇ ਪੱਗਾਂ ਵਟਾਈਆਂ ਵੀ। ਫਤਿਹ ਸਿੰਘ ਆਹਲੂਵਾਲੀਆ ਨਾਲ ਗੱਠਜੋੜ ਸਦਕਾ ਹੀ ਰਣਜੀਤ ਸਿੰਘ ਨੇ ਅਨੇਕਾਂ ਮਹੱਤਵਪੂਰਨ ਜਿੱਤਾਂ ਪ੍ਰਾਪਤ ਕੀਤੀਆਂ ਵੀ। ਠੀਕ ਹੈ, ਅੱਗੇ ਜੋਧ ਸਿੰਘ ਰਾਮਗੜੀਆ। ਜੋਧ ਸਿੰਘ ਰਾਮਗੜੀਆ ਨਾਲ ਮਿੱਤਰਤਾ 1803 ਈਸਵੀ ਵਿੱਚ ਰਾਮਗੜੀਆ ਮਿਸਲ ਦੇ ਮਹਾਨ ਨੇਤਾ ਜੱਸਾ ਸਿੰਘ ਰਾਮਗੜੀਆ ਅਕਾਲ ਚਲਾਣਾ ਕਰ ਗਏ ਵੀ। ਜੱਸਾ ਸਿੰਘ ਰਾਮਗੜੀਆ ਤੋਂ ਬਾਅਦ ਜੋਧ ਸਿੰਘ ਰਾਮਗੜੀਆ ਇਸ ਮਿਸਲ ਦਾ ਨਵਾਂ ਸਰਦਾਰ ਬਣਿਆ। ਕੂਟਨੀਤੀ ਤੋਂ ਕੰਮ ਲੈਂਦੇ ਹੋਏ ਰਣਜੀਤ ਸਿੰਘ ਨੇ ਜੋਧ ਸਿੰਘ ਨਾਲ ਵੀ ਕੀ ਕੀਤੀ ਵੀ ਮਿੱਤਰਤਾ ਕਾਇਮ ਕਰ ਲਈ ਸੀ। ਅੱਗੇ ਵੀ ਰਣਜੀਤ ਸਿੰਘ ਤੇ ਜੋਧ ਸਿੰਘ ਰਾਮਗੜੀਆ ਨੂੰ ਖੁਸ਼ ਕਰਨ ਲਈ ਬਾਬਾ ਜੀ ਕਹਿੰਦੇ ਸਨ। ਜੋਧ ਸਿੰਘ ਰਾਮਗੜੀਆ ਨੇ ਰਣਜੀਤ ਸਿੰਘ ਦੀ ਸ਼ਕਤੀ ਦੇ ਉਭਾਰ ਵਿੱਚ ਬਹੁਤ ਜ਼ਿਆਦਾ ਸਹਾਇਤਾ ਕੀਤੀ। ਅੱਗੇ ਤਾਰਾ ਸਿੰਘ ਖੇਬਾ ਨਾਲ ਮਿੱਤਰਤਾ, ਇਹ ਡੱਲੇ ਵਾਲੀਆ ਮਿਸਲ ਦਾ ਨੇਤਾ ਸੀ ਵੀ। ਤਾਰਾ ਸਿੰਘ ਖੇਬਾ ਬਹੁਤ ਬਹਾਦਰ ਤੇ ਸ਼ਕਤੀਸ਼ਾਲੀ ਸੀ, ਇਸ ਕਰਕੇ ਰਣਜੀਤ ਸਿੰਘ ਨੇ ਕੂਟਨੀਤਿਕ ਤੌਰ ਤੇ ਵੀ ਇਸ ਨਾਲ ਵੀ ਮਿੱਤਰਤਾਪੂਰਨ ਸੰਬੰਧ ਸਥਾਪਿਤ ਕੀਤੇ। ਇਸ ਲਈ ਤਾਰਾ ਸਿੰਘ ਖੇਬਾ ਨੂੰ ਰਣਜੀਤ ਸਿੰਘ ਦੀਆਂ ਅਨੇਕਾਂ ਲੜਾਈਆਂ ਵਿੱਚ ਕੀ ਕੀਤੀ ਬਈ ਮਦਦ ਕੀਤੀ। ਇਹ ਵੀ ਕਮਜ਼ੋਰ ਮਿਸਲਾਂ, ਰਣਜੀਤ ਸਿੰਘ ਨੇ ਜਿੱਥੇ ਇੱਕ ਪਾਸੇ ਸ਼ਕਤੀਸ਼ਾਲੀ ਮਿਸਲਾਂ ਨਾਲ ਮਿੱਤਰਤਾਪੂਰਨ ਸੰਬੰਧ ਕਾਇਮ ਕੀਤੇ, ਦੂਜੇ ਪਾਸੇ ਕਮਜ਼ੋਰ ਮਿਸਲਾਂ ਉੱਤੇ ਹਮਲਾ ਕਰਕੇ ਉਹਨਾਂ ਨੂੰ ਆਪਣੇ ਰਾਜ ਵਿੱਚ ਸ਼ਾਮਲ ਕਰਨ ਦੀ ਨੀਤੀ ਅਪਣਾਈ ਬਈ। ਸਭ ਤੋਂ ਪਹਿਲਾਂ ਭੰਗੀ ਮਿਸਲ। ਭੰਗੀ ਮਿਸਲ ਜੁਲਾਈ 1799 ਵਿੱਚ ਭੰਗੀ ਸਰਦਾਰਾਂ ਤੋਂ ਲਾਹੌਰ ਜਿੱਤ ਲਿਆ ਬਈ ਇਹਨਾਂ ਨੇ। ਵੈਰੀ ਇੰਪੋਰਟੈਂਟ ਡੇਟ ਹੈ ਇਹ। 1805 ਵਿੱਚ ਗੁਲਾਬ ਸਿੰਘ ਭੰਗੀ ਦੀ ਵਿਧਵਾ ਮਾਈ ਸੁੱਖਾਂ ਤੋਂ ਅੰਮ੍ਰਿਤਸਰ ਜਿੱਤ ਲਿਆ। 1808 ਵਿੱਚ ਸਿਆਲਕੋਟ ਤੇ ਜਿੱਤ ਪ੍ਰਾਪਤ ਕੀਤੀ ਜੀਵਨ ਸਿੰਘ ਭੰਗੀ ਤੋਂ। 1809 ਈਸਵੀ ਵਿੱਚ ਗੁਜਰਾਤ ਪ੍ਰਦੇਸ਼ਾਂ ਤੇ ਜਿੱਤ ਪ੍ਰਾਪਤ ਕੀਤੀ, ਉੱਥੇ ਸਾਹਿਬ ਸਿੰਘ ਭੰਗੀ ਸੀ ਵੀ। ਇਹਨਾਂ ਜਿੱਤਾਂ ਬਾਅਦ ਭੰਗੀ ਮਿਸਲ ਦਾ ਕੀ ਹੋ ਗਿਆ ਵੀ ਅੰਤ ਹੋ ਗਿਆ। ਫਿਰ ਡੱਲੇ ਵਾਲੀਆ ਮਿਸਲ ਆ ਗਈ ਬਈ। ਡੱਲੇ ਵਾਲੀਆ ਮਿਸਲ ਦਾ ਨੇਤਾ ਤਾਰਾ ਸਿੰਘ ਖੇਬਾ ਨਾਲ ਮਿੱਤਰਤਾ ਕਾਇਮ ਕੀਤੀ ਸੀ। ਖੇਬਾ ਦੀ ਮੌਤ ਬਾਅਦ ਰਣਜੀਤ ਸਿੰਘ ਨੇ ਡੱਲੇ ਵਾਲੀਆ ਮਿਸਲ ਤੇ ਕੀ ਕਰ ਲਿਆ ਸੀ ਵੀ ਕਬਜ਼ਾ ਕਰ ਲਿਆ ਸੀ। ਨੈਕਸਟ ਵੀ ਕਰੋੜ ਸਿੰਘੀਆ ਮਿਸਲ 1809 ਈਸਵੀ ਵਿੱਚ। ਇਸ ਮਿਸਲ ਦਾ ਨੇਤਾ ਕੌਣ ਸੀ? ਬਘੇਲ ਸਿੰਘ ਸੀ ਬਈ। ਉਹਦੀ ਮੌਤ ਹੋ ਗਈ। ਰਣਜੀਤ ਸਿੰਘ ਨੇ ਇਸ ਮਿਸਲ ਉੱਤੇ ਹਮਲਾ ਕਰਕੇ ਉਸ ਉੱਪਰ ਆਸਾਨੀ ਨਾਲ ਕੀ ਕਰ ਲਿਆ? ਕਬਜ਼ਾ ਕਰ ਲਿਆ।
ਨੈਕਸਟ ਵੀ ਨਕਈ ਮਿਸਲ। ਨਕਈ ਮਿਸਲ ਦੇ ਉੱਤੇ 1798 ਈਸਵੀ ਵਿੱਚ ਰਣਜੀਤ ਸਿੰਘ ਨੇ ਇਸ ਮਿਸਲ ਦੇ ਸਰਦਾਰ ਖਜਾਨ ਸਿੰਘ ਦੀ ਪੁੱਤਰੀ ਰਾਜ ਕੌਰ ਨਾਲ ਦੂਜਾ ਵਿਆਹ ਕਰਵਾ ਲਿਆ ਸੀ। ਇਸ ਦੇ ਬਾਵਜੂਦ ਰਣਜੀਤ ਸਿੰਘ ਨੇ 1810 ਈਸਵੀ ਵਿੱਚ ਨਕਈ ਮਿਸਲ ਉੱਤੇ ਹਮਲਾ ਕਰਕੇ ਇਸ ਦੇ ਨੇਤਾ ਕਾਹਨ ਸਿੰਘ ਨੂੰ ਹਰਾ ਕੇ ਇਸ ਮਿਸਲ ਨੂੰ ਆਪਣੇ ਰਾਜ ਵਿੱਚ ਮਿਲਾ ਲਿਆ। ਨੈਕਸਟ ਵੀ ਫੈਜ਼ਲਪੁਰੀਆ ਮਿਸਲ। ਇਸ ਸਮੇਂ ਇਸ ਬੁੱਧ ਸਿੰਘ ਫੈਜ਼ਲਪੁਰੀਆ ਨੇਤਾ ਸੀ। ਬੁੱਧ ਸਿੰਘ ਕੀ ਸੀ ਵੀ ਅਯੋਗ ਨੇਤਾ ਸੀਗਾ। 1811 ਵਿੱਚ ਬੁੱਧ ਸਿੰਘ ਰਣਜੀਤ ਸਿੰਘ ਦੀ ਫੌਜ ਤੋਂ ਹਾਰ ਗਿਆ। ਇਸ ਮਿਸਲ ਉੱਤੇ ਰਣਜੀਤ ਸਿੰਘ ਦਾ ਕੀ ਹੋ ਗਿਆ ਵੀ ਕਬਜ਼ਾ ਹੋ ਗਿਆ। ਅੱਗੇ ਜਾ ਕੇ ਮਹਾਰਾਜਾ ਰਣਜੀਤ ਸਿੰਘ ਨੇ ਮਿੱਤਰ ਮਿਸਲਾਂ ਵੱਲ ਨੀਤੀ ਵਿੱਚ ਤਬਦੀਲੀ ਕੀਤੀ ਬਈ। ਕਨ੍ਹਈਆ ਮਿਸਲ 1821 ਈਸਵੀ ਵਿੱਚ ਰਣਜੀਤ ਸਿੰਘ ਨੇ ਆਪਣੀ ਸੱਸ ਸਦਾ ਕੌਰ ਨੂੰ ਜੇਲ੍ਹ ਵਿੱਚ ਸੁੱਟ ਦਿੱਤਾ ਤੇ ਉਸ ਦੇ ਪ੍ਰਦੇਸ਼ਾਂ ਉੱਤੇ ਕੀ ਕਰ ਲਿਆ ਵੀ ਕਬਜ਼ਾ ਕਰ ਲਿਆ। ਅੱਗੇ ਫਿਰ ਜਾ ਕੇ ਵੀ ਰਾਮਗੜੀਆ ਮਿਸਲ ਸੀ ਜਿਹੜੀ 1803 ਵਿੱਚ ਜੋਧ ਸਿੰਘ ਰਾਮਗੜੀਆ ਦੀ ਮੌਤ ਤੋਂ ਬਾਅਦ ਰਣਜੀਤ ਸਿੰਘ ਨੇ ਰਾਮਗੜੀਆ ਮਿਸਲ ਤੇ ਵੀ ਕੀ ਕਰ ਲਿਆ ਵੀ ਕਬਜ਼ਾ ਕਰ ਲਿਆ। ਅੱਗੇ ਆਲੂਵਾਲੀਆ ਮਿਸਲ। ਫਤਿਹ ਸਿੰਘ ਆਲੂਵਾਲੀਆ ਨੇ ਰਣਜੀਤ ਸਿੰਘ ਦੀਆਂ ਜਿੱਤਾਂ ਵਿੱਚ ਬਹੁਤ ਮਦਦ ਕੀਤੀ ਸੀ ਬਈ। 1825-26 ਵਿੱਚ ਇਹਨਾਂ ਦੋਵਾਂ ਵਿਚਕਾਰ ਅਣਬਣ ਹੋ ਗਈ। ਫਤਿਹ ਸਿੰਘ ਅੰਗਰੇਜ਼ਾਂ ਦੀ ਸ਼ਰਨ ਵਿੱਚ ਚਲਾ ਗਿਆ ਤੇ ਰਣਜੀਤ ਸਿੰਘ ਨੇ ਆਲੂਵਾਲੀਆ ਮਿਸਲ ਦੇ ਪ੍ਰਦੇਸ਼ਾਂ ਉੱਤੇ ਕੀ ਕਰ ਲਿਆ ਵੀ ਅਧਿਕਾਰ ਕਰ ਲਿਆ। ਨੈਕਸਟ ਵੀ ਗੁਰਮਤਾ ਦਾ ਖਾਤਮਾ। ਸਿੱਖ ਮਿਸਲਾਂ ਦੀ ਕੀ ਸੀ, ਇਹ ਇੱਕ ਕੇਂਦਰੀ ਸੰਸਥਾ ਸੀ। ਗੁਰਮਤਾ ਮਿਸਲ ਸਰਦਾਰਾਂ ਦੀ ਏਕਤਾ, ਸੰਗਠਨ ਅਤੇ ਬਰਾਬਰੀ ਦਾ ਪ੍ਰਤੀਕ ਸੀ। ਗੁਰਮਤਾ ਸਭਾ ਅੰਮ੍ਰਿਤਸਰ ਵਿਖੇ ਅਕਾਲ ਤਖਤ ਸਾਹਿਬ ਵਿਖੇ ਹੋਇਆ ਕਰਦੀ ਸੀ। ਵੱਖ-ਵੱਖ ਮਿਸਲਾਂ ਦੇ ਸਰਦਾਰ ਇਸ ਸਭਾ ਵਿੱਚ ਸ਼ਾਮਲ ਹੋ ਕੇ ਬੈਰੀਆਂ ਵਿਰੁੱਧ ਕਾਰਵਾਈ, ਹੋਰ ਮਹੱਤਵਪੂਰਨ ਮਾਮਲਿਆਂ ਉੱਤੇ ਸਾਂਝੇ ਤੌਰ ਤੇ ਵਿਚਾਰ ਕਰਿਆ ਕਰਦੇ ਸਨ। ਭਾਵੇਂ ਮਹਾਰਾਜਾ ਰਣਜੀਤ ਸਮੇਂ ਗੁਰਮਤਾ ਪ੍ਰਭਾਵਸ਼ਾਲੀ ਸੰਸਥਾ ਨਹੀਂ ਰਹਿ ਗਈ ਸੀ, ਪਰ ਫਿਰ ਵੀ ਰਣਜੀਤ ਸਿੰਘ ਇਹ ਨਹੀਂ ਸੀ ਚਾਹੁੰਦਾ ਕਿ ਕੋਈ ਮਿਸਲ ਸਰਦਾਰ ਗੁਰਮਤਾ ਦੇ ਮਾਧਿਅਮ ਰਾਹੀਂ ਉਸ ਨਾਲ ਬਰਾਬਰੀ ਦਾ ਦਾਅਵਾ ਕਰ ਸਕੇ। ਇਸ ਕਰਕੇ ਵੀ ਮਹਾਰਾਜਾ ਰਣਜੀਤ ਸਿੰਘ ਨੇ 1805 ਵਿੱਚ ਗੁਰਮਤਾ ਸੰਸਥਾ ਦਾ ਖਾਤਮਾ ਕਰ ਦਿੱਤਾ। ਇਸ ਸੰਸਥਾ ਤੋਂ ਬਾਅਦ ਮਹਾਰਾਜਾ ਰਣਜੀਤ ਸਿੰਘ ਜੀ ਆਪਣੇ ਰਾਜਨੀਤਿਕ ਫੈਸਲੇ ਲੈਣ ਵਿੱਚ ਪੂਰਨ ਤੌਰ ਤੇ ਆਜ਼ਾਦ ਹੋ ਗਿਆ। ਪੰਜਾਬ ਉੱਪਰ ਮਿਸਲਾਂ ਦੇ ਨਾਲ ਨਾਲ ਕਈ ਮੁਸਲਿਮ ਰਾਜ ਵੀ ਰਾਜ ਕਰ ਰਹੇ ਸੀ ਪੰਜਾਬ ਉੱਤੇ। ਮਹਾਰਾਜਾ ਰਣਜੀਤ ਸਿੰਘ ਜੀ ਸਮੇਂ ਪੰਜਾਬ ਦੇ ਉੱਤਰ ਪੱਛਮ ਵਿੱਚ ਕਈ ਮੁਸਲਿਮ ਸੁਤੰਤਰ ਸਨ। ਕੋਈ ਵੀ ਇਹਨਾਂ ਵਿੱਚੋਂ ਸ਼ਕਤੀਸ਼ਾਲੀ ਨਹੀਂ ਸੀ। ਪ੍ਰਮੁੱਖ ਰਿਆਸਤਾਂ ਕਿਹੜੀਆਂ ਸੀ ਵੀ ਆਪਾਂ ਦੇਖਦੇ ਹਾਂ। ਉਹਨਾਂ ਦੇ ਸ਼ਾਸਕ ਕੌਣ ਸੀਗਾ ਵੀ। ਸਭ ਤੋਂ ਪਹਿਲਾਂ ਕਸੂਰ ਦਾ ਨਿਜ਼ਾਮੂਦੀਨ ਨਾਂ ਦਾ ਪਠਾਨ ਸੀ ਵੀ ਸ਼ਾਸਕ। ਮੁਲਤਾਨ ਦਾ ਮੁਜ਼ੱਫਰ ਖਾਂ, ਸੁਜਾ ਖਾਨ ਦਾ ਪੁੱਤਰ ਜੋ ਕਿ ਸੱਦੋਜਾਈ ਕਬੀਲੇ ਨਾਲ ਰਿਲੇਟਡ ਸੀ ਵੀ। ਕਸ਼ਮੀਰ ਦਾ ਅੱਤਾ ਮੁਹੰਮਦ ਖਾਨ ਸੀਗਾ। ਅਟਕ ਦਾ ਜਹਾਂਦਾਦ ਖਾਨ ਸੀ। ਪਿਸ਼ਾਵਰ ਦਾ ਫਤਿਹ ਖਾਨ ਸੀਗਾ। ਇਹ ਸ਼ਾਸਕ ਹੋਏ ਆ ਵੀ ਇਹਨਾਂ ਰਿਆਸਤਾਂ ਦੇ। ਫਿਰ ਕੁਛ ਪਹਾੜੀ ਰਿਆਸਤਾਂ ਵੀ ਰਣਜੀਤ ਸਿੰਘ ਜੀ ਟਾਈਮ ਰਾਜ ਕਰ ਰਹੀਆਂ ਸੀ ਪੰਜਾਬ ਦੇ ਉੱਪਰ। ਉੱਤਰ ਵਿੱਚ ਬਹੁਤ ਸਾਰੀਆਂ ਸੁਤੰਤਰ ਪਹਾੜੀ ਰਿਆਸਤਾਂ ਸਥਾਪਿਤ ਸਨ, ਜਿਨ੍ਹਾਂ ਵਿੱਚੋਂ ਕਾਂਗੜੇ ਦੀ ਰਿਆਸਤ ਸਭ ਤੋਂ ਪ੍ਰਸਿੱਧ ਸੀ ਬਈ। ਕਾਂਗੜੇ ਦਾ ਰਾਜਪੂਤ ਸ਼ਾਸਕ ਕੌਣ ਸੀਗਾ? ਸੰਸਾਰ ਚੰਦ ਕਟੋਚ ਸੀ। ਸਾਰੇ ਪੰਜਾਬ ਨੂੰ ਆਪਣੇ ਅਧੀਨ ਕਰਨਾ ਚਾਹੁੰਦਾ ਸੀ। ਕਾਂਗੜੇ ਤੋਂ ਇਲਾਵਾ ਬਾਕੀ ਪਹਾੜੀ ਰਿਆਸਤਾਂ ਵਿੱਚ ਵੀ ਰਾਜਪੂਤ ਸ਼ਾਸਕਾਂ ਦਾ ਰਾਜ ਸੀ, ਜੋ ਕਿ ਕਮਜ਼ੋਰ ਤੇ ਅਯੋਗ ਸ਼ਾਸਕ ਸੀ ਬਈ। ਉਸ ਤੋਂ ਬਾਅਦ ਨਾਲ ਵੀ ਗੋਰਖੇ ਵੀ ਪੰਜਾਬ ਦੇ ਕੁਝ ਹਿੱਸਿਆਂ ਤੇ ਰਾਜ ਕਰ ਰਹੇ ਸੀ। ਜਿਵੇਂ ਨੇਪਾਲ ਦੇ ਗੋਰਖੇ ਵੀ ਆਪਣੇ ਸਾਮਰਾਜ ਦਾ ਵਿਸਥਾਰ ਕਰਨਾ ਚਾਹੁੰਦੇ ਸੀ। 1794 ਵਿੱਚ ਉਹਨਾਂ ਨੇ ਗੜਵਾਲ ਤੇ ਕਮਾਊ ਤੇ ਕਬਜ਼ਾ ਕਰ ਰੱਖਿਆ ਸੀ। 19ਵੀਂ ਸਦੀ ਦੇ ਸ਼ੁਰੂ ਵਿੱਚ ਭੀਮ ਸੈਨ ਥਾਪਾ ਨੇਪਾਲ ਦਾ ਸ਼ਾਸਕ ਬਣਿਆ ਵੀ। ਭੀਮ ਸੈਨ ਥਾਪਾ ਦੇ ਪੁੱਤਰ ਅਮਰ ਸਿੰਘ ਥਾਪਾ ਦੀ ਅਗਵਾਈ ਵਿੱਚ ਗੋਰਖਿਆਂ ਨੇ ਹੁਣ ਪੰਜਾਬ ਦੀਆਂ ਰਿਆਸਤਾਂ ਜਿੱਤਣ ਦਾ ਯਤਨ ਕੀਤਾ। ਉਸ ਟਾਈਮ ਵੀ ਨੇਪਾਲ ਦੇ ਉੱਤੇ ਗੋਰਖੇ ਰਾਜ ਕਰ ਰਹੇ ਸੀਗੇ। ਉਹ ਵੀ ਜਿਹੜਾ ਭੀਮ ਸੈਨ ਥਾਪਾ ਸੀ ਨੇਪਾਲ ਦਾ ਸ਼ਾਸਕ ਬਣਿਆ 19ਵੀਂ ਸਦੀ ਵਿੱਚ, ਉਹ ਵੀ ਉਹਦਾ ਬੇਟਾ ਸੀ ਅਮਰ ਸਿੰਘ ਥਾਪਾ। ਹੁਣ ਉਹ ਵੀ ਪੰਜਾਬ ਨੂੰ ਜਿੱਤਣ ਦੇ ਮਤਲਬ ਸੁਪਨੇ ਦੇਖਣ ਲੱਗੇ ਵੀ ਰਣਜੀਤ ਸਿੰਘ ਨੇ ਗੋਰਖਿਆਂ ਦੇ ਵਿਚਕਾਰ ਟੱਕਰ ਹੋਣਾ ਇਹਦੇ ਕਰਕੇ ਲਾਜ਼ਮੀ ਸੀਗਾ। ਅੱਗੇ ਵੀ ਹਾਂਸੀ ਦੇ ਉੱਪਰ ਜਾਰਜ ਥਾਮਜ਼ ਰਾਜ ਕਰ ਰਿਹਾ ਸੀ। ਉਸ ਟਾਈਮ ਦੱਖਣ ਪੂਰਬ ਵਿੱਚ ਪੰਜਾਬ ਦੇ ਹਾਂਸੀ ਵਿਖੇ ਇੱਕ ਦਲੇਰ ਅੰਗਰੇਜ਼ ਨੌਜਵਾਨ ਜਾਰਜ ਥਾਮਜ਼ ਨੇ ਆਪਣੀ ਇੱਕ ਛੋਟੀ ਜਿਹੀ ਸੁਤੰਤਰ ਰਿਆਸਤ ਕਾਇਮ ਕਰ ਲਈ ਸੀ। ਇਹਨੇ ਕਿਲੇ ਦਾ ਨਿਰਮਾਣ ਕਰਵਾਇਆ ਵੀ ਜਾਰਜਗੜ੍ਹ ਕਿਲੇ ਦਾ। ਜਾਰਜ ਥਾਮਜ਼ ਨੂੰ ਫਰਾਂਸੀਸੀ ਜਨਰਲ ਪੈਰੋ ਨੇ ਹਰਾ ਦਿੱਤਾ ਸੀ, ਪਰ ਪੈਰੋ ਜ਼ਿਆਦਾ ਦੇਰ ਤੱਕ ਸ਼ਾਸਨ ਨਾ ਕਰ ਸਕਿਆ ਬਈ। ਅੱਗੇ ਵੀ ਮਰਾਠੇ
1797 ਤੱਕ ਮਰਾਠਿਆਂ ਨੇ ਆਪਣੇ ਯੋਗ ਨੇਤਾ ਦੌਲਤ ਰਾਓ ਸਿੰਧੀਆ ਦੇ ਅਧੀਨ ਮੇਰਠ ਅਤੇ ਦਿੱਲੀ ਤੇ ਕਬਜ਼ਾ ਕਰ ਲਿਆ। ਪੰਜਾਬ ਉੱਤੇ ਜਿੱਤ ਪ੍ਰਾਪਤ ਕਰਨ ਦੇ ਵੀ ਮਰਾਠੇ ਵੀ ਕੀ ਕਰ ਰਹੇ ਸੀ ਵੀ ਸੁਪਨੇ ਦੇਖ ਰਹੇ ਸੀਗੇ। ਗੋਰਖੇ ਹੋ ਗਏ, ਪਹਾੜੀ ਰਾਜੇ ਹੋ ਗਏ, ਵੀ ਮਰਾਠੇ ਹੋ ਗਏ, ਇਹ ਸਾਰੇ ਪੰਜਾਬ ਨੂੰ ਆਪਣੇ ਅਧੀਨ ਕਰਨਾ ਚਾਹੁੰਦੇ ਸੀ ਮਹਾਰਾਜਾ ਰਣਜੀਤ ਸਿੰਘ ਜੀ ਟਾਈਮ। ਮਹਾਰਾਜਾ ਰਣਜੀਤ ਸਮੇਂ ਮਰਾਠਿਆਂ ਨੂੰ ਅੰਗਰੇਜ਼ਾਂ ਨਾਲ ਉਲਝਣਾ ਪੈ ਗਿਆ, ਇਸ ਕਰਕੇ ਮਰਾਠੇ ਪੰਜਾਬ ਵੱਲ ਧਿਆਨ ਨਾ ਦੇ ਸਕੇ। ਫਿਰ ਅੱਗੇ ਜਾ ਕੇ ਵੀ ਅੰਗਰੇਜ਼ 18ਵੀਂ ਸਦੀ ਦੇ ਅੰਤ ਵਿੱਚ ਅੰਗਰੇਜ਼ ਵੀ ਮਰਾਠਿਆਂ ਨਾਲ, ਹੈਦਰਾਬਾਦ ਦੇ ਨਿਜ਼ਾਮਾਂ ਨਾਲ ਅਤੇ ਹੋਰ ਪਾਸੇ ਉਲਝੇ ਰਹੇ। ਇਸ ਲਈ ਅੰਗਰੇਜ਼ਾਂ ਵੱਲੋਂ ਵੀ ਕੋਈ ਫੌਰੀ ਖਤਰਾ ਨਹੀਂ ਸੀ ਮਹਾਰਾਜਾ ਰਣਜੀਤ ਸਿੰਘ ਨੂੰ। ਫਿਰ ਅੱਗੇ ਸ਼ਾਹਜਮਾਨ 1793 ਵਿੱਚ ਸ਼ਾਹਜਮਾਨ ਅਫਗਾਨਿਸਤਾਨ ਦਾ ਨਵਾਂ ਸ਼ਾਸਕ ਬਣਿਆ। ਵੀ ਪੰਜਾਬ ਉੱਤੇ ਨੇ 4 ਹਮਲੇ ਕੀਤੇ 1793 ਤੋਂ 98 ਤੱਕ, ਪਰ ਅਫਗਾਨਿਸਤਾਨ ਵਿੱਚ ਗੜਬੜ ਹੋਣ ਕਾਰਨ ਉਹ ਆਪਣੇ ਦੇਸ਼ ਮੁੜਨਾ ਪਿਆ। ਇਸ ਤਰ੍ਹਾਂ ਰਣਜੀਤ ਸਿੰਘ ਦੀ ਤਾਕਤ ਲਈ ਪੈਦਾ ਹੋਣ ਵਾਲਾ ਖਤਰਾ ਵੀ ਟਲ ਗਿਆ। 19ਵੀਂ ਸ਼ਤਾਬਦੀ ਦੇ ਸ਼ੁਰੂ ਵਿੱਚ ਰਾਜਨੀਤਿਕ ਹਾਲਤ ਰਣਜੀਤ ਸਿੰਘ ਦੇ ਅਨੁਕੂਲ ਸੀ। ਇਸ ਮੌਕੇ ਤੇ ਰਣਜੀਤ ਸਿੰਘ ਨੇ ਪੂਰਾ ਲਾਭ ਉਠਾਇਆ। ਵੀ ਅੱਗੇ ਮਹਾਰਾਜਾ ਰਣਜੀਤ ਸਿੰਘ ਦੀਆਂ ਜਿੱਤਾਂ ਨੇ ਉਹਨਾਂ ਨੂੰ ਆਪਾਂ ਡਿਟੇਲ 'ਚ ਕਰਦੇ ਹਾਂ। ਵੀ ਸਭ ਤੋਂ ਪਹਿਲੀ ਲਾਹੌਰ ਦੀ ਜਿੱਤ 7 ਜੁਲਾਈ 1799, ਇਹ ਡੇਟ ਇੰਪੋਰਟੈਂਟ ਆ ਬਈ, ਲੜਾਈ ਵੈਰੀ ਇੰਪੋਰਟੈਂਟ ਹੈ ਇਹ। ਲਾਹੌਰ ਦੀ ਜਿੱਤ ਸਭ ਤੋਂ ਮਹੱਤਵਪੂਰਨ ਜਿੱਤ ਸੀ। ਰਾਜਨੀਤਿਕ ਗਤੀਵਿਧੀਆਂ ਅਤੇ ਵਪਾਰ ਦਾ ਕੇਂਦਰ ਸੀ ਵੀ ਲਾਹੌਰ। ਉਸ ਟਾਈਮ ਸ਼ਾਸਨ ਕੌਣ ਕਰ ਰਹੇ ਸੀ? ਭੰਗੀ ਸਰਦਾਰ ਕਰ ਰਹੇ ਸੀ। 3 ਭੰਗੀ ਸਰਦਾਰ ਹੋਇਆ, ਚੇਤ ਸਿੰਘ ਭੰਗੀ, ਸਾਹਿਬ ਸਿੰਘ ਭੰਗੀ, ਮਿਹਰ ਸਿੰਘ, ਜੋ ਕਿ ਵਿਲਾਸੀ, ਅਯੋਗ ਤੇ ਲਾਲਚੀ ਸੀ ਬਈ। ਉਸ ਤੋਂ ਬਾਅਦ ਲਾਹੌਰ ਦੀ ਜਨਤਾ ਭੰਗੀ ਸਰਦਾਰਾਂ ਦੇ ਜ਼ੁਲਮਾਂ ਤੇ ਕੁਸ਼ਾਸਨ ਤੋਂ ਤੰਗ ਆ ਚੁੱਕੀ ਸੀ। ਰਣਜੀਤ ਸਿੰਘ ਨੇ ਆਪਣੀ ਸੱਸ ਸਦਾ ਕੌਰ ਦੀ ਮਦਦ ਨਾਲ ਲਾਹੌਰ ਉੱਤੇ ਕਬਜ਼ਾ ਕਰਨ ਵਿੱਚ ਸਫਲ ਹੋਇਆ। ਲਾਹੌਰ ਜਿੱਤਣ ਤੋਂ ਬਾਅਦ ਰਣਜੀਤ ਸਿੰਘ ਨੇ ਇੱਥੇ ਨਵੇਂ ਸਿੱਕੇ ਚਲਾਏ ਬਈ, ਲਾਹੌਰ ਨੂੰ ਆਪਣੀ ਰਾਜਧਾਨੀ ਬਣਾਇਆ। ਅੱਗੇ ਵੀ ਲਾਹੌਰ ਪੰਜਾਬ ਦਾ ਸਭ ਤੋਂ ਉਦਯੋਗਿਕ ਤੇ ਵਪਾਰਿਕ ਕੇਂਦਰ ਸੀ, ਜਿਸ ਕਾਰਨ ਸ਼ੁਕਰ ਚੱਕੀ ਮਿਸਲ ਦੀ ਆਰਥਿਕ ਰੂਪ ਵਿੱਚੋਂ ਕਾਫੀ ਖੁਸ਼ਹਾਲ ਹੋ ਗਈ। 2 ਤੇ ਪਸ਼ੀਨ ਦੀ ਲੜਾਈ 1800 ਵਿੱਚ ਲਾਹੌਰ ਦੀ ਜਿੱਤ ਕਾਰਨ ਬਹੁਤ ਸਾਰੇ ਸਰਦਾਰ ਰਣਜੀਤ ਸਿੰਘ ਦੇ ਵਿਰੁੱਧ ਹੋ ਗਏ, ਜਿਵੇਂ ਕਿ ਕਸੂਰ ਦਾ ਨਿਜ਼ਾਮੂਦੀਨ, ਗੁਜਰਾਤ ਦਾ ਸਾਹਿਬ ਸਿੰਘ ਭੰਗੀ, ਵਜ਼ੀਰਾਬਾਦ ਦਾ ਜੋਧ ਸਿੰਘ, ਅੰਮ੍ਰਿਤਸਰ ਦਾ ਗੁਲਾਬ ਸਿੰਘ ਭੰਗੀ, ਜੱਸਾ ਸਿੰਘ ਰਾਮਗੜੀਆ ਜੋ ਬਜ਼ੁਰਗ ਹੋ ਗਿਆ ਸੀ। ਇਹਨਾਂ ਨੇ ਮਹਾਰਾਜਾ ਰਣਜੀਤ ਸਿੰਘ ਦੇ ਵਿਰੁੱਧ ਇੱਕ ਗੱਠਜੋੜ ਤਿਆਰ ਕਰ ਲਿਆ ਤੇ ਲਾਹੌਰ ਵੱਲ ਵਧਣਾ ਸ਼ੁਰੂ ਕੀਤਾ। ਲਾਹੌਰ ਦੇ ਪੂਰਬ ਵਿੱਚ 16 ਕਿਲੋਮੀਟਰ ਦੂਰ ਪਸ਼ੀਨ ਦੇ ਸਥਾਨ ਤੇ ਇਹਨਾਂ ਨੇ ਡੇਰੇ ਲਾ ਲਏ। ਅੱਗੇ ਮਹਾਰਾਜਾ ਰਣਜੀਤ ਸਿੰਘ ਅਤੇ ਸਦਾ ਕੌਰ ਇਹਨਾਂ ਦੀ ਸੱਸ ਸੀ, ਜੋ ਵਿਸ਼ਾਲ ਫੌਜ ਲੈ ਕੇ ਦੂਜੇ ਪਾਸੇ ਗੱਠਜੋੜ ਵਾਲੇ ਸਰਦਾਰ ਸੀ ਬਈ। 2 ਮਹੀਨੇ ਤੱਕ ਆਮੋ ਸਾਹਮਣੇ ਇਹ ਜਿਹੜੀਆਂ ਸੈਨਾਵਾਂ ਨੇ ਡਟੀਆਂ ਰਹੀਆਂ। ਫਿਰ ਅਚਾਨਕ ਗੁਲਾਬ ਸਿੰਘ ਭੰਗੀ ਦੀ ਜ਼ਿਆਦਾ ਸ਼ਰਾਬ ਪੀਣ ਕਾਰਨ ਅਚਾਨਕ ਮੌਤ ਹੋ ਗਈ, ਜਿਸ ਕਾਰਨ ਭੰਗੀ ਸੈਨਿਕਾਂ ਵਿੱਚ ਭਗਦੜ ਮੱਚ ਗਈ। ਬਾਕੀ ਸਰਦਾਰਾਂ ਦੀਆਂ ਫੌਜਾਂ ਵੀ ਲੜਾਈ ਦੇ ਮੈਦਾਨ ਛੱਡ ਕੇ ਭੱਜ ਗਈਆਂ ਬਿਨਾਂ ਖੂਨ ਖਰਾਬੇ ਦੇ ਬਈ। ਇਹ ਲੜਾਈ ਮਹਾਰਾਜਾ ਰਣਜੀਤ ਸਿੰਘ ਨੇ ਜਿੱਤ ਲਈ। 12 ਅਪ੍ਰੈਲ 1801 ਵਿੱਚ ਵਿਸਾਖੀ ਵਾਲੇ ਦਿਨ ਲਾਹੌਰ ਵਿਖੇ ਮਹਾਰਾਜਾ ਰਣਜੀਤ ਸਿੰਘ ਨੇ ਮਹਾਰਾਜਾ ਦੀ ਉਪਾਧੀ ਲਈ ਬਈ। ਕਿਹਨਾਂ ਦੁਆਰਾ? ਸਾਹਿਬ ਸਿੰਘ ਵੇਦੀ ਦੁਆਰਾ। ਇੱਥੇ ਹੀ ਨਵੇਂ ਸਿੱਕੇ ਚਲਾਏ ਵੀ ਗੁਰੂ ਨਾਨਕ ਦੇਵ ਜੀ ਦੇ ਨਾਮ ਤੇ। ਅੱਗੇ ਵੀ ਅਕਾਲਗੜ੍ਹ ਤੇ ਕਬਜ਼ਾ 1801 ਵਿੱਚ। ਅਕਾਲਗੜ੍ਹ ਦਾ ਸ਼ਾਸਕ ਦਲ ਸਿੰਘ ਸੀ, ਦੂਜੇ ਪਾਸੇ ਰਣਜੀਤ ਸਿੰਘ ਸੀ। ਜਿੱਤ ਰਣਜੀਤ ਸਿੰਘ ਦੀ ਹੋਈ। ਫਿਰ ਚਨਿਓਟ ਦੀ ਜਿੱਤ 1802 ਵਿੱਚ। ਮਹਾਰਾਜਾ ਰਣਜੀਤ ਸਿੰਘ ਸੀ ਇੱਕ ਪਾਸੇ ਤੇ ਫਤਿਹ ਸਿੰਘ ਆਹਲੂਵਾਲੀਆ ਸੀ ਦੂਜੇ ਪਾਸੇ। ਚਨਿਓਟ ਦਾ ਸਰਦਾਰ ਸੀਗਾ ਵੀ ਜੱਸਾ ਸਿੰਘ। ਇਹਦੇ ਵਿੱਚ ਹਾਰ ਜੱਸਾ ਸਿੰਘ ਦੀ ਹੋਈ ਬਈ। ਨੈਕਸਟ ਵੀ ਅੰਮ੍ਰਿਤਸਰ ਦੀ ਜਿੱਤ 1805 ਵਿੱਚ, ਵੈਰੀ ਇੰਪੋਰਟੈਂਟ ਹੈ। ਲਾਹੌਰ ਦੀ ਜਿੱਤ ਬਾਅਦ ਮਹੱਤਵਪੂਰਨ ਜਿੱਤ ਅੰਮ੍ਰਿਤਸਰ ਦੀ ਜਿੱਤ ਸੀ ਬਈ 1805 ਵਿੱਚ। ਅੰਮ੍ਰਿਤਸਰ ਦੀ ਜਿੱਤ ਧਰਮ ਤੇ ਵਪਾਰ ਦਾ ਵੱਡਾ ਕੇਂਦਰ ਸੀ। ਕਾਰਨ ਕੀ ਸੀ? ਮਹਾਰਾਜਾ ਰਣਜੀਤ ਸਿੰਘ ਵੱਲੋਂ ਗੁਲਾਬ ਸਿੰਘ ਭੰਗੀ ਦੀ ਵਿਧਵਾ ਮਾਈ ਸੁੱਖਾ ਤੋਂ ਲੋਹਗੜ੍ਹ ਦਾ ਕਿਲ੍ਹਾ ਤੇ ਜਮਜਮਾ ਤੋਪ ਦੀ ਮੰਗ ਸੀ, ਜੋ ਕਿ ਅਸਵੀਕਾਰ ਕੀਤੀ ਮੰਗ ਮਾਈ ਸੁੱਖਾ ਨੇ। ਮਾਈ ਸੁੱਖਾ ਅੰਮ੍ਰਿਤਸਰ ਵਿੱਚ ਆਪਣੇ ਨਾਬਾਲਗ ਪੁੱਤਰ ਗੁਰਦਿੱਤ ਸਿੰਘ ਦੇ ਨਾਂ ਤੇ ਸ਼ਾਸਨ ਕਰ ਰਹੀ ਸੀ। ਇਸ ਲਈ ਮਹਾਰਾਜਾ ਰਣਜੀਤ ਸਿੰਘ ਨੇ ਅੰਮ੍ਰਿਤਸਰ ਉੱਪਰ 1805 ਵਿੱਚ ਹਮਲਾ ਕਰ ਦਿੱਤਾ ਅਤੇ ਅੰਮ੍ਰਿਤਸਰ ਉੱਤੇ ਕੀ ਕਰ ਲਈ ਬਈ? ਜਿੱਤ ਪ੍ਰਾਪਤ ਕਰ ਲਈ। ਇਸ ਜਿੱਤ ਤੋਂ ਬਾਅਦ ਮਹਾਰਾਜਾ ਰਣਜੀਤ ਸਿੰਘ ਦੀ ਪ੍ਰਸਿੱਧੀ ਦੂਰ ਦੂਰ ਤੱਕ ਫੈਲ ਗਈ। ਮਹਾਰਾਜਾ ਰਣਜੀਤ ਸਿੰਘ ਦੀ ਲਾਹੌਰ ਦੀ ਜਿੱਤ ਨਾਲ ਪੰਜਾਬ ਦੀ ਰਾਜਨੀਤਿਕ ਰਾਜਧਾਨੀ ਦਾ ਮਾਲਕ ਬਣ ਗਿਆ। ਅੰਮ੍ਰਿਤਸਰ ਜਿੱਤ
ਤੋਂ ਬਾਅਦ ਉਹ ਸਿੱਖਾਂ ਦੀ ਧਾਰਮਿਕ ਰਾਜਧਾਨੀ ਦਾ ਮਾਲਕ ਬਣ ਗਿਆ। ਇਹ ਦੋਨੋਂ ਲੜਾਈਆਂ ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਦੀਆਂ ਸੁਪ੍ਰਸਿੱਧ ਲੜਾਈਆਂ ਮੰਨੀਆਂ ਜਾਂਦੀਆਂ ਹਨ। ਅੱਗੇ ਵੀ ਸਤਲੁਜ ਪਾਰ ਦੇ ਹਮਲੇ 1806 ਤੋਂ ਲੈ ਕੇ 7 ਤੱਕ। 1806 ਵਿੱਚ ਪਹਿਲੀ ਵਾਰ ਹਮਲਾ ਕੀਤਾ ਲੁਧਿਆਣਾ, ਜਗਰਾਓਂ, ਦਾਖਾ, ਜੰਡਿਆਲਾ ਤੇ ਤਲਵੰਡੀ ਤੇ। ਦੂਸਰਾ 1807 ਵਿੱਚ ਹਮਲਾ ਕੀਤਾ ਮੋਰਿੰਡਾ, ਸਰਹਿੰਦ, ਜੀਰਾ, ਕੋਟਕਪੂਰਾ ਤੇ ਧਰਮਕੋਟ ਤੇ। ਤੀਜਾ 1808 ਈਸਵੀ ਵਿੱਚ ਫਰੀਦਕੋਟ, ਅੰਬਾਲਾ ਤੇ ਸ਼ਾਹਬਾਦ ਤੇ। ਸਾਰੇ ਇਲਾਕਿਆਂ ਉੱਤੇ ਜਿੱਤ ਪ੍ਰਾਪਤ ਕੀਤੀ ਅਤੇ ਆਪਣੇ ਸਾਥੀਆਂ ਵਿੱਚ ਵੰਡ ਦਿੱਤੇ। 25 ਅਪ੍ਰੈਲ 1809 ਈਸਵੀ ਵਿੱਚ ਮਹਾਰਾਜਾ ਰਣਜੀਤ ਸਿੰਘ ਅਤੇ ਅੰਗਰੇਜ਼ਾਂ ਵਿਚਕਾਰ ਹੋਈ ਅੰਮ੍ਰਿਤਸਰ ਦੀ ਸੰਧੀ ਅਨੁਸਾਰ ਸਤਲੁਜ ਪਾਰ ਸਿੱਝ ਸਤਲੁਜ ਇਲਾਕੇ ਅੰਗਰੇਜ਼ਾਂ ਦੀ ਸਰਪ੍ਰਸਤੀ ਹੇਠ ਚਲੇ ਗਏ ਅਤੇ ਜਿਸ ਕਾਰਨ ਮਹਾਰਾਜਾ ਰਣਜੀਤ ਸਿੰਘ ਇਹਨਾਂ ਇਲਾਕਿਆਂ ਨੂੰ ਕਦੇ ਵੀ ਆਪਣੇ ਅਧੀਨ ਨਾ ਕਰ ਸਕੇ। ਅੱਗੇ ਵੀ ਡੱਲੇਵਾਲੀਆ ਮਿਸਲ ਨੂੰ ਜਿੱਤ ਲੈਣਾ। 1807 ਈਸਵੀ ਵਿੱਚ ਸ਼ਾਸਕ ਤਾਰਾ ਸਿੰਘ ਖੇਬਾ ਸੀ ਜੋ ਯੋਗ ਸ਼ਾਸਕ ਸੀ। ਤਾਰਾ ਸਿੰਘ ਖੇਬਾ ਦੀ ਮੌਤ ਤੋਂ ਬਾਅਦ ਮਹਾਰਾਜਾ ਰਣਜੀਤ ਸਿੰਘ ਨੇ 1807 ਵਿੱਚ ਡੱਲੇਵਾਲੀਆ ਮਿਸਲ ਉੱਤੇ ਹਮਲਾ ਕਰਕੇ ਆਪਣੇ ਅਧੀਨ ਕਰ ਲਿਆ। ਉਸ ਤੋਂ ਬਾਅਦ ਵੀ ਡੱਲੇਵਾਲੀਆ ਮਿਸਲ ਤੋਂ ਜਿੱਤਣ ਤੋਂ ਬਾਅਦ ਕਸੂਰ ਤੇ ਝੰਗ ਤੇ ਜਿੱਤ ਪ੍ਰਾਪਤ ਕੀਤੀ। ਮਹਾਰਾਜਾ ਰਣਜੀਤ ਸਿੰਘ ਨੇ 1807 ਵਿੱਚ ਕਸੂਰ ਦਾ ਸ਼ਾਸਕ ਕੌਣ ਸੀ? ਨਿਜ਼ਾਮ-ਉਦ-ਦੀਨ। ਝੰਗ ਦਾ ਸ਼ਾਸਕ ਕੌਣ ਸੀ? ਅਹਿਮਦ ਖਾਂ। ਮਹਾਰਾਜਾ ਰਣਜੀਤ ਸਿੰਘ ਨੇ ਇਹਨਾਂ ਦੋਹਾਂ ਸ਼ਾਸਕਾਂ ਨੂੰ ਹਰਾ ਕੇ ਕਸੂਰ ਅਤੇ ਝੰਗ ਦੇ ਇਲਾਕੇ ਆਪਣੇ ਅਧੀਨ ਕਰ ਲਏ। ਨੈਕਸਟ ਵੀ ਸਿਆਲਕੋਟ ਦੀ ਜਿੱਤ 1808 ਈਸਵੀ ਵਿੱਚ ਵੈਰੀ ਇੰਪੋਰਟੈਂਟ ਆ ਵੀ। ਸ਼ਾਸਕ ਕੌਣ ਸੀ? ਜੀਵਨ ਸਿੰਘ। ਮਹਾਰਾਜਾ ਰਣਜੀਤ ਸਿੰਘ ਦੀ ਮੰਗ ਕੀ ਸੀ? ਸਿਆਲਕੋਟ ਦੇ ਕਿਲ੍ਹੇ ਦੀ ਮੰਗ ਕੀਤੀ ਗਈ। ਜੀਵਨ ਸਿੰਘ ਦੁਆਰਾ ਇਨਕਾਰ ਕਰ ਦਿੱਤਾ ਗਿਆ। ਮਹਾਰਾਜਾ ਰਣਜੀਤ ਸਿੰਘ ਨੇ 1808 ਈਸਵੀ ਵਿੱਚ ਸਿਆਲਕੋਟ ਦੇ ਇਲਾਕੇ ਨੂੰ ਜਿੱਤ ਕੇ ਆਪਣੇ ਅਧੀਨ ਕਰ ਲਿਆ। ਉਸ ਤੋਂ ਬਾਅਦ ਵੀ ਕਾਂਗੜੇ ਤੇ ਜਿੱਤ। ਕਾਂਗੜੇ ਦੀ ਜਿੱਤ 1809 ਈਸਵੀ ਵਿੱਚ। ਇਹ ਵੀ ਬਹੁਤ ਮਹੱਤਵਪੂਰਨ ਜਿੱਤ ਵੀ ਮਹਾਰਾਜਾ ਰਣਜੀਤ ਸਿੰਘ ਦੀ। ਸ਼ਾਸਕ ਸੀ ਸੰਸਾਰ ਚੰਦ ਕਟੋਚ, ਉੱਚੇ ਇਰਾਦਿਆਂ ਵਾਲਾ ਸ਼ਾਸਕ ਸੀ। ਕਾਂਗੜੇ ਉੱਤੇ ਜਿੱਤ ਪ੍ਰਾਪਤ ਕਰਨ ਲਈ ਨੇਪਾਲ ਦੇ ਗੋਰਖਿਆਂ ਤੇ ਸੰਸਾਰ ਚੰਦ ਕਟੋਚ ਵਿਚਕਾਰ 1806 ਤੋਂ ਲੈ ਕੇ 9 ਈਸਵੀ ਤੱਕ ਖਿੱਚੋਤਾਣ ਚੱਲਦੀ ਰਹੀ। ਕਾਂਗੜਾ ਸ਼ਾਸਕ ਸੰਸਾਰ ਚੰਦ ਕਟੋਚ ਨੇ ਮਹਾਰਾਜਾ ਰਣਜੀਤ ਸਿੰਘ ਤੋਂ ਗੋਰਖਿਆਂ ਵਿਰੁੱਧ ਮਦਦ ਮੰਗੀ। ਕਾਂਗੜੇ ਦਾ ਕਿਲ੍ਹੇ ਦੇਣ ਦਾ ਕੀ ਕੀਤਾ ਵੀ? ਸੰਸਾਰ ਚੰਦ ਕਟੋਚ ਨੇ ਮਹਾਰਾਜਾ ਰਣਜੀਤ ਸਿੰਘ ਨੂੰ ਕਿਹਾ ਵੀ ਮੈਂ ਮਤਲਬ ਗੋਰਖਿਆਂ ਦੇ ਵਿਰੁੱਧ ਮਦਦ ਮੰਗੀ ਸੀ ਵੀ ਤੁਹਾਨੂੰ ਮੈਂ ਕਿਲ੍ਹਾ ਦੇ ਦੂੰਗਾ। ਉਸ ਤੋਂ ਬਾਅਦ ਵੀ ਜਿਹੜੇ ਗੋਰਖਿਆਂ ਦਾ ਨੇਤਾ ਸੀਗਾ ਅਮਰ ਸਿੰਘ ਥਾਪਾ ਨੇ ਹਾਰ ਮਗਰੋਂ ਮਹਾਰਾਜਾ ਰਣਜੀਤ ਸਿੰਘ ਨਾਲ ਸਮਝੌਤਾ ਕਰ ਲਿਆ। ਉਹਨਾਂ ਨੇ 1 ਲੱਖ ਰੁਪਇਆ ਸਾਲਾਨਾ ਦੇਣਾ। ਮਹਾਰਾਜਾ ਰਣਜੀਤ ਸਿੰਘ ਨੂੰ ਮੰਨ ਲਿਆ, ਪਰ ਸੰਸਾਰ ਚੰਦ ਕਟੋਚ ਸੀ ਜੋ ਕਾਂਗੜੇ ਦਾ ਸ਼ਾਸਕ ਸੀ, ਉਹ ਮਹਾਰਾਜਾ ਰਣਜੀਤ ਸਿੰਘ ਨੂੰ ਕਿਲ੍ਹਾ ਦੇਣ ਤੋਂ ਟਾਲ ਮਟੋਲ ਕਰਨ ਲੱਗ ਗਿਆ। ਰਣਜੀਤ ਸਿੰਘ ਨੇ ਸੰਸਾਰ ਚੰਦ ਕਟੋਚ ਦੇ ਪੁੱਤਰ ਅਨੁਰੋਧ ਨੂੰ ਕੈਦ ਕਰ ਲਿਆ ਤੇ ਮਜਬੂਰ ਹੋ ਕੇ ਉਸਨੇ ਕਾਂਗੜੇ ਦਾ ਕਿਲ੍ਹਾ ਰਣਜੀਤ ਸਿੰਘ ਨੂੰ ਦੇ ਦਿੱਤਾ ਵੀ। ਠੀਕ ਹੈ। ਅੱਗੇ ਕਾਂਗੜੇ ਦੀ ਜਿੱਤ ਤੋਂ ਪਹਾੜੀ ਰਾਜਿਆਂ ਨੇ ਵੀ ਮਹਾਰਾਜਾ ਰਣਜੀਤ ਸਿੰਘ ਦੀ ਅਧੀਨਤਾ ਸਵੀਕਾਰ ਕਰ ਲਈ। ਅੱਗੇ ਗੁਜਰਾਤ ਦੀ ਜਿੱਤ 1809 ਵਿੱਚ ਇੰਪੋਰਟੈਂਟ ਹੈ ਵੀ। ਗੁਜਰਾਤ ਦਾ ਸ਼ਾਸਕ ਕੌਣ ਸੀ? ਸਾਹਿਬ ਸਿੰਘ ਭੰਗੀ ਸੀ ਤੇ ਰਣਜੀਤ ਸਿੰਘ ਦੇ ਵਿਰੁੱਧ ਇਹ ਕੀ ਕਰਦਾ ਰਿਹਾ? ਸਾਜ਼ਿਸ਼ਾਂ ਕਰਦਾ ਰਿਹਾ ਵੀ। ਅੱਗੇ 1809 ਵਿੱਚ ਰਣਜੀਤ ਸਿੰਘ ਨੇ ਫਕੀਰ ਅਜੀਜ਼-ਉਦ-ਦੀਨ ਨੂੰ ਦੇ ਅਧੀਨ ਗੁਜਰਾਤ ਦੇ ਵਿਰੁੱਧ ਮੁਹਿੰਮ ਭੇਜੀ। ਉਸਨੇ ਸਾਹਿਬ ਸਿੰਘ ਭੰਗੀ ਨੂੰ ਹਰਾ ਕੇ ਗੁਜਰਾਤ ਤੇ ਅਧਿਕਾਰ ਕਰ ਲਿਆ। ਫਿਰ ਕਰੋੜ ਸਿੰਘ ਮਿਸਲ ਦੀ ਵੀ ਜਿੱਤ 1809 ਈਸਵੀ ਵਿੱਚ ਪ੍ਰਾਪਤ ਕੀਤੀ ਗਈ। ਮਿਸਲ ਦਾ ਸਰਦਾਰ ਬਘੇਲ ਸਿੰਘ ਦੀ ਮੌਤ ਬਾਅਦ ਮਹਾਰਾਜਾ ਰਣਜੀਤ ਸਿੰਘ ਨੇ ਇਸ ਮਿਸਲ ਉੱਤੇ ਕਬਜ਼ਾ ਕਰ ਲਿਆ। ਫਿਰ ਉਸ ਤੋਂ ਬਾਅਦ ਵੀ ਜੰਮੂ ਦੀ ਜਿੱਤ 1809 ਈਸਵੀ ਵਿੱਚ ਇੰਪੋਰਟੈਂਟ ਆ ਵੀ। 3 ਮੁਹਿੰਮਾਂ ਭੇਜੀਆਂ ਵੀ ਜੰਮੂ ਦੇ ਉੱਪਰ। ਰਣਜੀਤ ਸਿੰਘ ਨੇ ਜੰਮੂ ਦੇ ਸ਼ਾਸਕ ਜੈ ਸਿੰਘ ਵਿਰੁੱਧ 3 ਮੁਹਿੰਮਾਂ ਭੇਜੀਆਂ 1800 ਵਿੱਚ, 1806 ਵਿੱਚ, 1807 ਵਿੱਚ। 3 ਵਾਰੀ ਆਪਣੀਆਂ ਮੁਹਿੰਮਾਂ ਭੇਜੀਆਂ, ਪਰ ਜੈ ਸਿੰਘ ਹਰ ਵਾਰ ਮਹਾਰਾਜਾ ਰਣਜੀਤ ਸਿੰਘ ਦੀਆਂ ਫੌਜਾਂ ਨੂੰ ਭਾਰੀ ਨਜ਼ਰਾਨਾ ਦੇ ਕੇ ਵਾਪਸ ਭੇਜ ਦਿੰਦਾ ਸੀ। ਜੈ ਸਿੰਘ ਦੀ ਮੌਤ ਬਾਅਦ 1809 ਈਸਵੀ ਵਿੱਚ ਮਹਾਰਾਜਾ ਰਣਜੀਤ ਸਿੰਘ ਨੇ ਦੀਵਾਨ ਭਗਵਾਨ ਦਾਸ ਦੀ ਅਗਵਾਈ ਹੇਠ ਇੱਕ ਵਿਸ਼ਾਲ ਸੈਨਾ ਜੰਮੂ ਉੱਤੇ ਕਬਜ਼ਾ ਕਰਨ ਲਈ ਭੇਜੀ ਤੇ ਇਹਨੂੰ ਆਸਾਨੀ ਨਾਲ ਜਿੱਤ ਲਿਆ ਬਈ। ਉਸ ਤੋਂ ਬਾਅਦ ਇਹਦੇ 1809 ਵਿੱਚ ਕਿਹੜੀਆਂ ਜਿੱਤਾਂ ਪ੍ਰਾਪਤ ਕੀਤੀਆਂ? ਕਾਂਗੜੇ ਦੀ ਜਿੱਤ, ਕਰੋੜ ਸਿੰਘ ਮਿਸਲ ਦੀ ਜਿੱਤ ਤੇ ਜੰਮੂ ਦੀ ਜਿੱਤ। ਇਹ ਤਿੰਨੇ ਜਿੱਤਾਂ ਵੀ 1809 ਈਸਵੀ ਵਿੱਚ ਪ੍ਰਾਪਤ ਕੀਤੀਆਂ ਬਈ। ਅੱਗੇ ਵੀ ਨਕਈ ਮਿਸਲ 1810 ਈਸਵੀ ਵਿੱਚ। 1797 ਈਸਵੀ ਵਿੱਚ ਮਹਾਰਾਜਾ ਰਣਜੀਤ ਸਿੰਘ ਨੇ ਨਕਈ ਮਿਸਲ ਦੇ ਸਰਦਾਰ ਰਾਮ ਸਿੰਘ ਦੀ ਪੁੱਤਰੀ ਰਾਜ ਕੌਰ ਨਾਲ ਵਿਆਹ ਕੀਤਾ। 1810 ਵਿੱਚ ਦੀਵਾਨ ਮੋਹਕਮ ਚੰਦ ਦੀ ਅਗਵਾਈ ਵਿੱਚ
ਨਕਈ ਮਿਸਲ 'ਤੇ ਹਮਲਾ ਕਰਨ ਲਈ ਫੌਜ ਭੇਜੀ। ਉਸਨੇ ਰਾਜ ਕੌਰ ਦੇ ਭਤੀਜੇ ਕਾਹਨ ਸਿੰਘ ਨੂੰ ਹਰਾ ਕੇ ਨਕਈ ਮਿਸਲ ਉੱਤੇ ਕਬਜ਼ਾ ਕਰ ਲਿਆ ਤੇ ਉਹਨੂੰ ਜੀਵਨ ਨਿਰਵਾਹ ਲਈ 20,000 ਰੁਪਏ ਸਾਲਾਨਾ ਆਮਦਨ ਵਾਲੀ ਜੰਗੀਰ ਦੇ ਦਿੱਤੀ। ਨੈਕਸਟ ਵੀ ਖੁਸ਼ਾਬ ਤੇ ਸਾਹੀਵਾਲ ਦੀ ਜਿੱਤ 1810 ਵਿੱਚ। ਖੁਸ਼ਾਬ ਦਾ ਸ਼ਾਸਕ ਕੌਣ ਸੀ? ਜ਼ਫਰ ਖਾਂ। ਸਾਹੀਵਾਲ ਦਾ ਸ਼ਾਸਕ ਕੌਣ ਸੀ? ਫਤਿਹ ਖਾਂ। ਦੋਨਾਂ ਨੂੰ ਹਰਾ ਦਿੱਤਾ ਬਈ 1810 ਵਿੱਚ। ਫੈਜ਼ਲਪੁਰੀਆ ਮਿਸਲ ਤੇ ਜਿੱਤ 1811 ਵਿੱਚ। ਇਸ ਮਿਸਲ ਦੇ ਇਲਾਕੇ ਸਤਲੁਜ ਦਰਿਆ ਦੇ ਦੋਵੇਂ ਪਾਸੇ ਸਥਿਤ ਸਨ। ਫੈਜ਼ਲਪੁਰੀ ਮਿਸਲ ਦੇ ਬਈ 1811 ਵਿੱਚ ਰਣਜੀਤ ਸਿੰਘ ਨੇ ਦੀਵਾਨ ਮੋਹਕਮ ਚੰਦ ਨੂੰ ਇੱਕ ਭਾਰੀ ਫੌਜ ਦੇ ਕੇ ਫੈਜ਼ਲਪੁਰੀਆ ਮਿਸਲ ਉੱਤੇ ਹਮਲਾ ਕਰਨ ਲਈ ਭੇਜਿਆ। ਬੁੱਧ ਸਿੰਘ ਨੂੰ ਹਰਾ ਕੇ ਇੱਥੇ ਜਿੱਤ ਪ੍ਰਾਪਤ ਕੀਤੀ ਵੀ। ਨੈਕਸਟ ਅਟਕ ਤੇ ਜਿੱਤ ਵੀ 1813 ਵਿੱਚ। ਵੈਰੀ ਇੰਪੋਰਟੈਂਟ ਹੈ ਵੀ। ਭੂਗੋਲਿਕ ਪੱਖ ਤੋਂ ਇਹ ਇਲਾਕਾ ਬੜਾ ਮਹੱਤਵਪੂਰਨ ਸੀ। ਇੱਥੋਂ ਦਾ ਸ਼ਾਸਕ ਕੌਣ ਸੀ? ਜਹਾਂਦਾਦ ਖਾਂ। ਕਸ਼ਮੀਰ ਦੇ ਸੂਬੇਦਾਰ ਰੱਤਾ ਮੁਹੰਮਦ ਖਾਨ ਦਾ ਛੋਟਾ ਭਰਾ ਸੀ ਬਈ ਇਹ। ਅੱਗੇ ਅਟਕ ਦਾ ਅਫਗਾਨ ਸ਼ਾਸਕ ਗਵਰਨਰ ਜਹਾਂਦਾਦ ਖਾਂ ਕਾਬਲ ਸਰਕਾਰ ਦੇ ਅਧੀਨ ਸੀ, ਪਰ ਸੁਤੰਤਰ ਤੌਰ 'ਤੇ ਸ਼ਾਸਨ ਕਰ ਰਿਹਾ ਸੀ। ਅਟਕ ਦੇ ਸ਼ਾਸਕ ਜਹਾਂਦਾਦ ਖਾਂ ਨੂੰ ਜਦੋਂ ਇਹ ਸੂਚਨਾ ਮਿਲੀ ਕਿ ਕਾਬਲ ਦੇ ਵਜ਼ੀਰ ਫਤਿਹ ਖਾਂ ਨੇ ਉਸ ਦੇ ਭਰਾ ਰੱਤਾ ਮੁਹੰਮਦ ਨੂੰ ਹਰਾ ਕੇ ਕਸ਼ਮੀਰ 'ਤੇ ਕਬਜ਼ਾ ਕਰ ਲਿਆ ਹੈ, ਤਾਂ ਉਹ ਬਹੁਤ ਘਬਰਾ ਗਿਆ। ਫਿਰ ਉਹਨੇ ਅੱਗੇ ਜਾ ਕੇ ਵੀ ਮਹਾਰਾਜਾ ਰਣਜੀਤ ਸਿੰਘ ਨੇ ਜਹਾਂਦਾਦ ਖਾਂ ਦੀ ਇਸ ਘਬਰਾਹਟ ਦਾ ਰਾਜਨੀਤਿਕ ਲਾਭ ਲੈਂਦੇ ਹੋਏ ਆਪਣੇ ਕੁਸ਼ਲ ਕੂਟਨੀਤੀਵਾਨ ਵਿਦੇਸ਼ ਮੰਤਰੀ ਫਕੀਰ ਅਜੀਜ਼ ਉਦ ਦੀਨ ਨੂੰ ਗੱਲਬਾਤ ਕਰਨ ਲਈ ਜਹਾਂਦਾਦ ਖਾਂ ਕੋਲ ਭੇਜਿਆ ਬਈ। ਅਟਕ ਭੇਜਿਆ। ਫਕੀਰ ਅਜੀਜ਼ੁਦੀਨ ਨੇ ਜਹਾਂਦਾਦ ਖਾਂ ਅਟਕ ਦਾ ਕਿਲ੍ਹਾ ਮਹਾਰਾਜਾ ਨੂੰ ਸੌਂਪਣ ਲਈ ਮਨਾ ਲਿਆ ਅਤੇ ਉਸ ਨੂੰ 1 ਲੱਖ ਰੁਪਏ ਸਾਲਾਨਾ ਆਮਦਨ ਦੀ ਜੰਗੀਰ ਦੇ ਦਿੱਤੀ। ਇਸ ਤਰ੍ਹਾਂ ਬਿਨਾਂ ਲੜਾਈ ਕੀਤੇ ਮਹਾਰਾਜਾ ਰਣਜੀਤ ਸਿੰਘ ਨੇ ਅਟਕ ਉੱਤੇ ਕੀ ਕਰ ਲਿਆ ਵੀ? ਅਧਿਕਾਰ ਕਰ ਲਿਆ। ਹੈਜਰੋ ਜਾਂ ਹੈਦਰੋ ਦਾ ਯੁੱਧ ਵੈਰੀ ਇੰਪੋਰਟੈਂਟ ਆ ਵੀ। 13 ਜੁਲਾਈ 1813। ਪਾਸੇ ਤਾਂ ਫਤਿਹ ਖਾਨ ਸੀ ਵੀ, ਦੂਜੇ ਪਾਸੇ ਰਣਜੀਤ ਸਿੰਘ ਦੁਆਰਾ ਭੇਜੇ ਗਏ ਦੀਵਾਨ ਮੋਹਕਮ ਚੰਦ, ਹਰੀ ਸਿੰਘ ਨਲਵਾ, ਜੋਧ ਸਿੰਘ ਰਾਮਗੜੀਆ ਦੀ ਅਗਵਾਈ ਵਿੱਚ ਵਿਸ਼ਾਲ ਸਿੱਖ ਫੌਜ ਭੇਜੀ ਗਈ। ਜਿੱਤ ਮਹਾਰਾਜਾ ਰਣਜੀਤ ਸਿੰਘ ਦੀ ਹੋਈ ਹੈ ਬਈ। ਹੈਜਰੋ ਜਾਂ ਹੈਦਰੋ ਦੀ ਲੜਾਈ ਨੂੰ ਛੱਛ ਦੀ ਲੜਾਈ ਵੀ ਕਿਹਾ ਜਾਂਦਾ ਹੈ। ਅੱਗੇ ਵੀ ਵੈਰੀ ਇੰਪੋਰਟੈਂਟ ਹੈ। ਇਹ ਅਫਗਾਨਾਂ ਤੇ ਮਹਾਰਾਜਾ ਰਣਜੀਤ ਸਿੰਘ ਦੀ ਪਹਿਲੀ ਜਿੱਤ ਸੀ, ਜਿਸ ਨਾਲ ਫੌਜ ਦਾ ਆਤਮ ਵਿਸ਼ਵਾਸ ਵੱਧ ਗਿਆ। ਇਸ ਜਿੱਤ ਬਾਅਦ ਮਹਾਰਾਜਾ ਰਣਜੀਤ ਸਿੰਘ ਦੀ ਸ਼ਕਤੀ ਤੇ ਮਾਨ ਸਨਮਾਨ ਕਾਫੀ ਵੱਧ ਗਿਆ ਬਈ ਇਹਦੇ ਨਾਲ। ਅੱਗੇ ਬਈ ਨੈਕਸਟ ਮੁਲਤਾਨ ਤੇ ਜਿੱਤ 1818 ਵਿੱਚ। ਭੂਗੋਲਿਕ ਤੇ ਆਰਥਿਕ ਪੱਖ ਤੋਂ ਇਹ ਇਲਾਕਾ ਵੀ ਕਾਫੀ ਖਾਸ ਸੀ ਵੀ ਮਹਾਰਾਜਾ ਰਣਜੀਤ ਲਈ। ਵੈਰੀ ਇੰਪੋਰਟੈਂਟ ਆ ਵੀ। ਇੱਥੇ 7 ਮੁਹਿੰਮਾਂ ਭੇਜੀਆਂ ਵੀ ਮਹਾਰਾਜਾ ਰਣਜੀਤ ਸਿੰਘ ਨੇ। ਸੂਬਾ ਮੁਲਤਾਨ, ਜਿਸ ਨੂੰ ਆਇਨ ਅਕਬਰੀ ਅਤੇ ਰਣਜੀਤ ਸਿੰਘ ਦੇ ਦਸਤਾਵੇਜ਼ਾਂ ਵਿੱਚ ਦਾਰ ਉਲ ਅਮਾਨ ਵੀ ਕਿਹਾ ਗਿਆ। ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਮੁਲਤਾਨ ਦਾ ਪਠਾਨ ਸ਼ਾਸਕ ਸੀ ਨਵਾਬ ਮੁਜ਼ੱਫਰ ਖਾਂ। ਅਫਗਾਨ ਗਵਰਨਰ ਸੀਗਾ। ਮਹਾਰਾਜਾ ਰਣਜੀਤ ਸਿੰਘ ਨੇ 1802 ਤੋਂ 17 ਤੱਕ 6 ਮੁਹਿੰਮਾਂ ਮੁਲਤਾਨ ਭੇਜੀਆਂ ਸਨ। 6 ਮੁਹਿੰਮਾਂ ਹਰ ਵਾਰ ਮੁਜ਼ੱਫਰ ਖਾਨ ਦੁਆਰਾ ਨਜ਼ਰਾਨਾ ਦਿੱਤਾ ਜਾਂਦਾ ਸੀ ਤੇ ਯੁੱਧ ਨੂੰ ਟਾਲ ਦਿੱਤਾ ਜਾਂਦਾ ਸੀ। 1818 ਈਸਵੀ ਵਿੱਚ ਰਣਜੀਤ ਸਿੰਘ ਨੇ ਮੁਲਤਾਨ ਜਿੱਤਣ ਦਾ ਮਨ ਬਣਾ ਲਿਆ ਤੇ 7ਵੀਂ ਮੁਹਿੰਮ ਭੇਜੀ। ਅੱਗੇ ਜਾ ਕੇ ਵੀ 14 ਜਨਵਰੀ 1818 ਈਸਵੀ ਨੂੰ ਰਣਜੀਤ ਸਿੰਘ ਦੁਆਰਾ ਮਿਸਰ ਦੀਵਾਨ ਚੰਦ ਅਤੇ ਰਾਜਕੁਮਾਰ ਖੜਕ ਸਿੰਘ ਨੂੰ ਫੌਜ ਦੀ ਅਗਵਾਈ ਸੌਂਪੀ ਮੁਲਤਾਨ ਦੀ ਜਿੱਤ ਲਈ। ਦੂਜੇ ਪਾਸੇ ਮੁਜ਼ੱਫਰ ਖਾਂ ਨੂੰ ਰਣਜੀਤ ਸਿੰਘ ਦੀ ਸੈਨਾ ਦੇ ਆਉਣ ਦਾ ਪਤਾ ਲੱਗਾ ਤਾਂ ਉਸਨੇ ਸਿੱਖਾਂ ਦੇ ਵਿਰੁੱਧ ਜਿਹਾਦ ਜਾਂ ਧਰਮ ਯੁੱਧ ਦਾ ਐਲਾਨ ਕਰ ਦਿੱਤਾ। ਜਿਹਾਦ ਨੂੰ ਧਰਮ ਯੁੱਧ ਵੀ ਕਿਹਾ ਜਾਂਦਾ ਵੀ। ਅੰਤ ਰਣਜੀਤ ਸਿੰਘ ਦੀਆਂ ਫੌਜਾਂ ਨੇ ਮੁਲਤਾਨ ਦੇ ਕਿਲ੍ਹੇ ਨੂੰ 2 ਜੂਨ 1818 ਨੂੰ ਜਿੱਤ ਲਿਆ। ਮੁਲਤਾਨ ਦੀ ਜਿੱਤ ਵਜੋਂ ਮਿਸਰ ਦੀਵਾਨ ਚੰਦ ਨੂੰ ਜ਼ਫਰ ਜੰਗ ਦੀ ਪਦਵੀ ਨਾਲ ਸਨਮਾਨਿਤ ਕੀਤਾ ਗਿਆ। 1818 ਵਿੱਚ ਮੁਲਤਾਨ ਨੂੰ ਲਾਹੌਰ ਸਾਮਰਾਜ ਵਿੱਚ ਮਿਲਾਉਣ ਤੋਂ ਬਾਅਦ ਸੁਖਦਿਆਲ ਨੂੰ ਉੱਥੋਂ ਦਾ ਗਵਰਨਰ ਜਾਂ ਨਾਜ਼ਮ ਨਿਯੁਕਤ ਕੀਤਾ ਗਿਆ ਵੀ। ਵੈਰੀ ਇੰਪੋਰਟੈਂਟ ਹੈ ਇਹ। ਅੱਗੇ ਵੀ 1821 ਦੀਵਾਨ ਸ਼ਾਬਨ ਮੱਲ ਨਾਜ਼ਮ ਨਿਯੁਕਤ ਕੀਤਾ ਗਿਆ। 25 ਸਾਲ ਤੱਕ ਸਭ ਤੋਂ ਯੋਗ ਤੇ ਪ੍ਰਜਾ ਦਾ ਹਰਮਨ ਪਿਆਰਾ ਸ਼ਾਸਕ ਸਿੱਧ ਹੋਇਆ। ਦੀਵਾਨ ਸ਼ਾਬਨ ਮੱਲ ਦੀ ਮੌਤ ਬਾਅਦ ਉਸਦਾ ਪੁੱਤਰ ਦੀਵਾਨ ਮੂਲ ਰਾਜ ਮੁਲਤਾਨ ਦਾ ਨਾਜ਼ਮ ਬਣਿਆ ਵੀ। ਉਸਦੇ ਵਿਦਰੋਹ ਕਾਰਨ ਹੀ ਦੂਜਾ ਐਂਗਲੋ ਸਿੱਖ ਯੁੱਧ ਸ਼ੁਰੂ ਹੋਇਆ ਵੀ।
ਕਸ਼ਮੀਰ ਦੀ ਜਿੱਤ 1819 ਈਸਵੀ ਵਿੱਚ ਵੀ ਤੀਸਰੀ ਮੁਹਿੰਮ ਭੇਜੀ। ਪੂਰਬ ਦਾ ਸਵਰਗ ਵੀ ਕਿਹਾ ਜਾਂਦਾ ਹੈ ਜਾਂ ਪੈਰਾਡਾਈਸ ਆਫ ਦਾ ਈਸਟ ਕਿਹਾ ਜਾਂਦਾ, ਵੀ ਭੂਮੀ ਉੱਤੇ ਸਵਰਗ ਵੀ ਕਿਹਾ ਜਾਂਦਾ। ਕਸ਼ਮੀਰ ਨੂੰ 1819 ਵਿੱਚ ਰਣਜੀਤ ਸਿੰਘ ਨੇ ਦੀਵਾਨ ਚੰਦ ਅਤੇ ਖੜਕ ਸਿੰਘ ਦੀ ਕਮਾਂਡ ਹੇਠ ਕਸ਼ਮੀਰ ਦੀ ਜਿੱਤ ਲਈ ਭਾਰੀ ਫੌਜ ਭੇਜੀ। ਦੂਜੇ ਪਾਸੇ ਗਵਰਨਰ ਜ਼ਫਰ ਖਾਂ ਅਤੇ ਫੌਜਾਂ ਸੀ ਵੀ। ਦੋਹਾਂ ਫੌਜਾਂ ਵਿਚਕਾਰ 5 ਜੁਲਾਈ 1819 ਨੂੰ ਸਪੇਨ ਵਿਖੇ ਕਮਸਾਨ ਦਾ ਯੁੱਧ ਹੋਇਆ। ਜਿੱਤ ਮਹਾਰਾਜਾ ਰਣਜੀਤ ਸਿੰਘ ਦੀ ਹੋਈ। ਖਿਤਾਬ ਮਿਸਰ ਦੀਵਾਨ ਚੰਦ ਨੂੰ ਫਤਿਹ ਊ ਨਸੀਬ, ਜਿਸ ਦਾ ਮਤਲਬ ਹੈ ਵੀ ਜਿਸ ਦੇ ਭਾਗਾਂ ਵਿੱਚ ਸਦਾ ਜਿੱਤ ਲਿਖੀ ਹੋਵੇ। ਅੱਗੇ ਵੀ ਪਿਸ਼ਾਵਰ ਤੇ ਜਿੱਤ। ਪਿਸ਼ਾਵਰ ਪਠਾਨਾਂ ਦਾ ਗੜ੍ਹ ਸੀਗਾ। ਉੱਤਰ ਪੱਛਮ ਵਿੱਚ ਸਿੰਧ ਦਰਿਆ ਦੇ ਪਾਰ ਦਾ ਇਲਾਕਾ ਅਫਗਾਨ ਰਿਆਸਤ ਸੀ ਵੀ। ਇਹ ਸੈਨਿਕ ਦ੍ਰਿਸ਼ਟੀ ਤੋਂ ਮਹੱਤਵਪੂਰਨ ਪ੍ਰਸਿੱਧ ਵਪਾਰਕ ਕੇਂਦਰ ਸੀ। ਅਟਕ ਅਤੇ ਮੁਲਤਾਨ ਦੀਆਂ ਜਿੱਤਾਂ ਬਾਅਦ ਮਹਾਰਾਜਾ ਰਣਜੀਤ ਸਿੰਘ ਨੇ ਪਿਸ਼ਾਵਰ ਨੂੰ ਜਿੱਤਣ ਦਾ ਹੌਸਲੇ ਬੁਲੰਦ ਹੋ। ਮੁਹਿੰਮ 1818 ਈਸਵੀ ਵਿੱਚ ਅਫਗਾਨਿਸਤਾਨ ਦੇ ਵਜ਼ੀਰ ਫਤਿਹ ਖਾਨ ਦੇ ਕਤਲ ਹੋ ਜਾਣ ਕਾਰਨ ਉੱਥੋਂ ਦੀ ਜਿਹੜੀ ਰਾਜਨੀਤਿਕ ਗੜਬੜੀ ਫੈਲੀ ਹੋਈ ਸੀ ਵੀ। ਰਣਜੀਤ ਸਿੰਘ ਦੇ ਹਮਲੇ ਸਮੇਂ ਫਤਿਹ ਖਾਨ ਦੋ ਭਰਾ ਜ਼ਾਰ ਮੁਹੰਮਦ ਖਾਂ ਅਤੇ ਦੋਸਤ ਮੁਹੰਮਦ ਖਾਂ ਪਿਸ਼ਾਵਰ 'ਤੇ ਰਾਜ ਕਰ ਰਹੇ ਸੀ। ਦੋਵੇਂ ਭਰਾ ਡਰ ਕੇ ਭੱਜ ਗਏ। 20 ਨਵੰਬਰ ਨੂੰ 1818 ਈਸਵੀ ਵਿੱਚ ਰਣਜੀਤ ਸਿੰਘ ਨੇ ਪਿਸ਼ਾਵਰ 'ਤੇ ਕੀ ਕਰ ਲਿਆ? ਕਬਜ਼ਾ ਕਰ ਲਿਆ। ਇਹ ਪਹਿਲੀ ਮੁਹਿੰਮ ਸੀ ਬਈ। ਇਸ 'ਤੇ ਫਤਿਹ ਖਾਨ ਸੀ ਜਿਹੜਾ, ਉਹਦਾ ਕਤਲ ਹੋ ਜਾਣ ਕਾਰਨ ਵੀ ਦੋ ਭਰਾ ਸੀ ਜ਼ਾਰ ਮੁਹੰਮਦ ਅਤੇ ਦੋਸਤ ਮੁਹੰਮਦ ਰਾਜ ਕਰ ਰਹੇ ਸੀ। ਜਦੋਂ ਰਣਜੀਤ ਸਿੰਘ ਨੇ ਮਤਲਬ ਇਸ 'ਤੇ ਹਮਲਾ ਕੀਤਾ ਤਾਂ ਦੋਵੇਂ ਭਰਾ ਇਹ ਭੱਜ ਗਏ ਅਤੇ 20 ਨਵੰਬਰ ਨੂੰ 1818 ਨੂੰ ਰਣਜੀਤ ਸਿੰਘ ਨੇ ਪਿਸ਼ਾਵਰ 'ਤੇ ਕੀ ਕਰ ਲਈ ਸੀ ਵੀ? ਜਿੱਤ ਪ੍ਰਾਪਤ ਕਰ ਲਈ ਸੀ। ਉਸ ਤੋਂ ਬਾਅਦ ਮਹਾਰਾਜਾ ਰਣਜੀਤ ਸਿੰਘ ਨੇ ਆਪਣੇ ਪੁਰਾਣੇ ਮਿੱਤਰ ਅਟਕ ਦੇ ਸਾਬਕਾ ਸ਼ਾਸਕ ਜਹਾਂਦਾਦ ਖਾਂ ਨੂੰ ਸਾਲਾਨਾ ਕਰ ਦੇਣ ਵਚਨ ਨਾਲ ਪਿਸ਼ਾਵਰ ਨੂੰ ਉਹਨਾਂ ਨੂੰ ਸੌਂਪ ਦਿੱਤਾ ਸੀਗਾ। ਫਿਰ ਅੱਗੇ ਮਹਾਰਾਜਾ ਰਣਜੀਤ ਸਿੰਘ ਨੇ ਪਿਸ਼ਾਵਰ ਤੋਂ ਬਾਅਦ 40 ਤੋਪਾਂ ਲੈ ਕੇ ਲਾਹੌਰ ਵਾਪਸ ਆ ਗਿਆ। ਫਿਰ ਦੂਜੀ ਮੁਹਿੰਮ ਹੋਈ ਵੀ। ਜ਼ਾਰ ਮੁਹੰਮਦ ਖਾਂ ਅਤੇ ਦੋਸਤ ਮੁਹੰਮਦ ਖਾਂ ਜੋ ਬਰਕਜ਼ਾਈ ਭਰਾਵਾਂ ਨੇ ਪਿਸ਼ਾਵਰ 'ਤੇ ਫਿਰ ਕਬਜ਼ਾ ਕਰ ਲਿਆ। ਜਹਾਂਦਾਦ ਖਾਂ ਸੀ ਜੋ ਰਣਜੀਤ ਸਿੰਘ ਦੁਆਰਾ ਅਪੁਆਇੰਟ ਕੀਤਾ ਗਿਆ ਸੀ ਬਈ, ਉਹਨੂੰ ਫਿਰ ਹਰਾਤਾ ਸੀਗਾ। ਰਣਜੀਤ ਸਿੰਘ ਨੂੰ ਜਦੋਂ ਇਹ ਘਟਨਾ ਦਾ ਪਤਾ ਲੱਗਿਆ, ਉਸਨੇ ਰਾਜਕੁਮਾਰ ਖੜਕ ਸਿੰਘ ਅਤੇ ਮਿਸਰ ਦੀਵਾਨ ਚੰਦ ਨੂੰ ਸੈਨਾ ਸਹਿਤ ਪਿਸ਼ਾਵਰ ਉੱਤੇ ਹਮਲਾ ਕਰਨ ਲਈ ਭੇਜਿਆ। ਇੱਥੇ ਵੀ ਰਣਜੀਤ ਸਿੰਘ ਦੀ ਫਿਰ ਅਧੀਨਤਾ ਸਵੀਕਾਰ ਕਰ ਲਈ। ਫਿਰ ਉਸ ਤੋਂ ਬਾਅਦ ਆ ਗਈ ਵੀ ਤੀਸਰੀ ਮੁਹਿੰਮ। ਮਾਰਚ 1823 ਨੂੰ ਹੋਈ ਹੈ ਵੀ ਨੌਸ਼ਹਿਰਾ ਟਿੱਬਾ ਟਹਿਰੀ ਦੀ ਲੜਾਈ ਹੋਈ ਹੈ ਇੱਥੇ। ਤੀਜੀ ਮੁਹਿੰਮ ਵੇਲੇ ਵੈਰੀ ਇੰਪੋਰਟੈਂਟ ਆ ਵੀ ਇਹ। ਆਜ਼ਮ ਖਾਂ ਜੋ ਉਸ ਸਮੇਂ ਕਾਬਲ ਦਾ ਨਵਾਂ ਵਜ਼ੀਰ ਬਣ ਚੁੱਕਿਆ ਸੀ, 27 ਜਨਵਰੀ 1823 ਵਿੱਚ ਜ਼ਾਰ ਮੁਹੰਮਦ ਖਾਂ ਨੂੰ ਹਰਾ ਕੇ ਆਜ਼ਮ ਖਾਂ ਨੇ ਪਿਸ਼ਾਵਰ 'ਤੇ ਕਬਜ਼ਾ ਕਰ ਲਿਆ। ਅੱਗੇ ਵੀ ਇਹ ਸਮਾਚਾਰ ਮਿਲਦਿਆਂ ਹੀ ਮਹਾਰਾਜਾ ਰਣਜੀਤ ਸਿੰਘ ਨੇ ਆਜ਼ਮ ਖਾਂ ਵਿਰੁੱਧ ਸੈਨਾ ਭੇਜੀ, ਜਿਸ ਵਿੱਚ ਹਰੀ ਸਿੰਘ ਨਲੂਆ, ਰਾਜਕੁਮਾਰ ਸ਼ੇਰ ਸਿੰਘ ਅਤੇ ਅਤਰ ਸਿੰਘ ਅਟਾਰੀ ਵਾਲਾ ਸਨ। ਆਪਣੀ ਸਥਿਤੀ ਮਜ਼ਬੂਤ ਕਰਨ ਲਈ ਆਜ਼ਮ ਖਾਂ ਨੇ ਸਿੱਖਾਂ ਵਿਰੁੱਧ ਜਿਹਾਦ ਜਾਂ ਧਾਰਮਿਕ ਯੁੱਧ ਦਾ ਕੀ ਕਰਤੀ ਵੀ ਘੋਸ਼ਣਾ ਕਰਤੀ। ਅੱਗੇ ਜਾ ਕੇ ਵੀ 14 ਮਾਰਚ 1823 ਨੂੰ ਅਟਕ ਅਤੇ ਪਿਸ਼ਾਵਰ ਦੇ ਵਿਚਕਾਰ ਨੌਸ਼ਹਿਰਾ ਜਾਂ ਟਿੱਬਾ ਟਹਿਰੀ ਦੀ ਥਾਂ 'ਤੇ ਦੋਵਾਂ ਫੌਜਾਂ ਵਿਚਕਾਰ ਕਮਸਾਨ ਦਾ ਯੁੱਧ ਹੋਇਆ। ਇਸ ਲੜਾਈ ਵਿੱਚ ਅਫਗਾਨਾਂ ਦਾ ਪਲੜਾ ਭਾਰੀ ਰਿਹਾ, ਪਰ ਮਹਾਰਾਜਾ ਰਣਜੀਤ ਸਿੰਘ ਅੱਗੇ ਵੱਧ ਕੇ ਸੈਨਿਕਾਂ ਨੂੰ ਮਰ ਮਿਟਣ ਦਾ ਹੁਕਮ ਦੇ ਕੇ ਉਤਸ਼ਾਹ ਦਿੱਤਾ। ਇਸ ਵਿੱਚ ਅਕਾਲੀ ਫੂਲਾ ਸਿੰਘ ਬਹਾਦਰੀ ਨਾਲ ਲੜਦੇ ਹੋਏ ਇਸ ਲੜਾਈ ਵਿੱਚ ਸ਼ਹੀਦ ਹੋ ਗਏ ਤੇ ਸਿੱਖ ਕੀ ਰਹੇ ਵੀ ਜੇਤੂ ਰਹੇ ਇਸ ਲੜਾਈ। 17 ਮਾਰਚ 1823 ਈਸਵੀ ਵਿੱਚ ਰਣਜੀਤ ਸਿੰਘ ਦੀ ਫੌਜ ਨੇ ਪਿਸ਼ਾਵਰ ਵਿੱਚ ਪ੍ਰਵੇਸ਼ ਕੀਤਾ। 1,10,000 ਰੁਪਏ ਸਾਲਾਨਾ ਕਰ ਦੇ ਬਦਲੇ ਪਿਸ਼ਾਵਰ ਦਾ ਇਲਾਕਾ ਜ਼ਾਰ ਮੁਹੰਮਦ ਨੂੰ ਸੌਂਪ ਦਿੱਤਾ। ਇਸ ਜਿੱਤ ਤੇ ਰਣਜੀਤ ਸਿੰਘ ਦੇ ਜੀਵਨ ਦੀ ਇੱਕ ਮਹੱਤਵਪੂਰਨ ਉਪਲਬਧੀ ਮੰਨੀ ਜਾਂਦੀ ਹੈ। ਫਿਰ ਅੱਗੇ ਜਾ ਕੇ ਬਈ ਚੌਥੀ ਮੁਹਿੰਮ 1827 ਤੋਂ 31 ਤੱਕ ਚੱਲੀ ਵੀ। 1823 ਤੋਂ 27 ਤੱਕ ਦਾ ਜਿਹੜਾ ਟਾਈਮ ਸੀ ਉਹ ਸ਼ਾਂਤੀ ਦਾ ਰਿਹਾ। ਪਿਸ਼ਾਵਰ 'ਚ ਵੀ ਸੈਯਦ ਅਹਿਮਦ ਮੁਸਲਿਮ ਕੱਟੜਪੰਥੀ ਨੇ ਪਿਸ਼ਾਵਰ ਦੇ ਨੇੜਲੇ ਇਲਾਕਿਆਂ ਉੱਤੇ ਵਿਦਰੋਹ ਕਰਨੇ ਸ਼ੁਰੂ ਕਰ ਦਿੱਤੇ। ਜ਼ਾਰ ਮੁਹੰਮਦ ਖਾਂ ਪਿਸ਼ਾਵਰ ਛੱਡ ਕੇ ਫਿਰ ਭੱਜ ਗਿਆ। ਮਹਾਰਾਜਾ ਰਣਜੀਤ ਸਿੰਘ ਨੇ ਹਰੀ ਸਿੰਘ ਨਲਵਾ ਅਤੇ ਬੁੱਧ ਸਿੰਘ ਸੰਧਾਵਾਲੀਆ ਦੀ ਅਗਵਾਈ ਵਿੱਚ ਸੈਯਦ ਅਹਿਮਦ ਵਿਰੁੱਧ ਮੁਹਿੰਮ ਭੇਜੀ ਬਈ। ਇਹਦੇ ਵਿੱਚ ਜਿਹੜੀ ਹਾਰ ਹੋਈ ਹੈ ਵੀ ਉਹ ਸੈਯਦ ਅਹਿਮਦ ਦੀ ਹੋਈ।
ਜ਼ਾਰ ਮੁਹੰਮਦ ਖਾਂ ਦੇ ਭਰਾ ਸੁਲਤਾਨ ਮੁਹੰਮਦ ਨੂੰ ਲਾਹੌਰ ਦਾ ਦਰਬਾਰ ਵੱਲੋਂ ਪੇਸ਼ਾਵਰ ਦਾ ਨਵਾਂ ਸ਼ਾਸਕ ਨਿਯੁਕਤ ਕੀਤਾ ਗਿਆ। ਸੱਯਦ ਅਹਿਮਦ ਖਾਂ ਸੀ ਜਿਹੜਾ ਵੀ ਹਾਰ ਬਾਅਦ ਵੀ ਆਪਣੀਆਂ ਸਿੱਖ ਵਿਰੋਧੀ ਹਰਕਤਾਂ ਤੋਂ ਬਾਜ ਨਾ ਆਇਆ। ਅੰਤ ਮਈ 1831 ਵਿੱਚ ਕੁੰਵਰ ਸ਼ੇਰ ਸਿੰਘ ਨੇ ਇਸ ਨੂੰ ਬਾਲਾਕੋਟ ਦੀ ਲੜਾਈ ਵਿੱਚ ਮੌਤ ਦੇ ਘਾਟ ਉਤਾਰ ਦਿੱਤਾ। ਫਿਰ ਵੀ ਪੰਜਵੀਂ ਮੁਹਿੰਮ 1834 ਵਿੱਚ ਮਹਾਰਾਜਾ ਰਣਜੀਤ ਸਿੰਘ ਨੇ ਪੇਸ਼ਾਵਰ ਨੂੰ ਆਪਣੇ ਸਾਮਰਾਜ ਵਿੱਚ ਸ਼ਾਮਲ ਕਰਨ ਦਾ ਮਨ ਬਣਾ ਲਿਆ। ਇਸ ਉਦੇਸ਼ ਨਾਲ ਸ਼ਹਿਜ਼ਾਦਾ ਨੌਨਿਹਾਲ ਤੇ ਹਰੀ ਸਿੰਘ ਨਲੂਆ ਦੀ ਅਗਵਾਈ ਹੇਠ ਇੱਕ ਵਿਸ਼ਾਲ ਫੌਜ ਪੇਸ਼ਾਵਰ ਵੱਲ ਭੇਜੀ। ਦੋਸਤ ਮੁਹੰਮਦ ਖਾਂ ਬਿਨਾਂ ਮੁਕਾਬਲਾ ਕੀਤੇ ਉੱਥੋਂ ਦੌੜ ਗਿਆ ਵੀ। 6 ਮਈ 1834 ਨੂੰ ਸਿੱਖਾਂ ਨੂੰ ਆਸਾਨੀ ਨਾਲ ਪੇਸ਼ਾਵਰ 'ਤੇ ਕਬਜ਼ਾ ਹੋ ਗਿਆ। ਹਰੀ ਸਿੰਘ ਨਲਵਾ ਨੂੰ ਪੇਸ਼ਾਵਰ ਦਾ ਕੀ ਕਰ ਦਿੱਤਾ ਗਿਆ ਵੀ ਗਵਰਨਰ ਨਿਯੁਕਤ ਕਰ ਦਿੱਤਾ ਗਿਆ। ਅੱਗੇ ਵੀ ਇੰਪੋਰਟੈਂਟ ਹੈ। ਜਮਰੌਦ ਦੀ ਲੜਾਈ 1837 ਵਿੱਚ ਅਫਗਾਨਿਸਤਾਨ ਦਾ ਤਤਕਾਲੀਨ ਸ਼ਾਸਕ ਸੀ ਜਿਹੜਾ ਦੋਸਤ ਮੁਹੰਮਦ ਖਾਂ ਪੇਸ਼ਾਵਰ ਮੁੜ ਹਾਸਲ ਕਰਨਾ ਚਾਹੁੰਦਾ ਸੀ। ਹਰੀ ਸਿੰਘ ਨਲਵਾ ਨੇ ਅਫਗਾਨਾਂ ਦੇ ਹਮਲਿਆਂ ਨੂੰ ਰੋਕਣ ਲਈ ਜਮਰੌਦ ਵਿਖੇ ਇੱਕ ਸ਼ਕਤੀਸ਼ਾਲੀ ਕਿਲੇ ਦਾ ਨਿਰਮਾਣ ਕੀਤਾ। ਦੋਸਤ ਮੁਹੰਮਦ ਖਾਂ ਨੇ ਆਪਣੇ ਪੁੱਤਰਾਂ ਨੂੰ ਜਮਰੌਦ ਉੱਪਰ ਹਮਲਾ ਕਰਨ ਲਈ 28 ਅਪ੍ਰੈਲ 1837 ਨੂੰ ਭੇਜਿਆ। ਅੱਗੇ ਜਾ ਕੇ 30 ਅਪ੍ਰੈਲ 1837 ਨੂੰ ਹਰੀ ਸਿੰਘ ਨਲਵਾ ਸ਼ਹੀਦ ਹੋ ਗਏ। ਇਹ ਸੁਣ ਕੇ ਸਿੱਖ ਫੌਜ ਨੇ ਇੰਨਾ ਜ਼ੋਰਦਾਰ ਹਮਲਾ ਕੀਤਾ ਕਿ ਅਫਗਾਨਾਂ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ। ਜਮਰੌਦ ਦੀ ਲੜਾਈ ਵਿੱਚ ਸਿੱਖ ਜੇਤੂ ਰਹੇ। ਪ੍ਰੋਫੈਸਰ ਹਰਬੰਸ ਸਿੰਘ ਅਨੁਸਾਰ ਸਿੱਖਾਂ ਦੀ ਪੇਸ਼ਾਵਰ ਦੀ ਜਿੱਤ ਨੇ ਉੱਤਰੀ ਪੱਛਮੀ ਦਿਸ਼ਾ ਵਿੱਚ ਹੋਣ ਵਾਲੇ ਲਗਾਤਾਰ ਹਮਲਿਆਂ ਦਾ ਸਦਾ ਲਈ ਕੀ ਕਰ ਦਿੱਤਾ ਵੀ ਅੰਤ ਕਰ ਦਿੱਤਾ। ਇੱਥੇ ਵੀ ਅੱਜ ਦਾ ਲੈਕਚਰ ਆਪਣਾ ਕੰਪਲੀਟ ਹੁੰਦਾ। ਕੱਲ੍ਹ ਨੂੰ ਨਵੇਂ ਲੈਕਚਰ ਵਿੱਚ ਮਿਲਾਂਗੇ। ਧੰਨਵਾਦ ਜੀ ਸਾਰਿਆਂ ਦਾ।